ਸੋ ਮੈਨੇਜਮੈਂਟ ਦੇ ਵਿੱਚ ਨਾ ਸਾਡੇ ਕੋਲ ਮੇਜਰ 5 ਜਾਂ 6 ਫੰਕਸ਼ਨਸ ਹੁੰਦੇ ਨੇਗੇ, ਡਿਪੈਂਡ ਔਨ ਦਾ ਰਾਈਟਰਸ। ਜਿਹੜੇ ਸਾਡੇ ਰਾਈਟਰਸ ਨੇ ਨਾ ਉਹ ਦੱਸਦੇ ਨੇ, ਕੁਝ ਰਾਈਟਰਸ 5 ਫੰਕਸ਼ਨਸ ਨੂੰ ਮੰਨ ਕੇ ਚੱਲਦੇ ਨੇ, ਕੁਝ 6 ਫੰਕਸ਼ਨਸ ਨੂੰ ਇੰਪੋਰਟੈਂਟ ਦਿੰਦੇ ਨੇ। ਤਾਂ ਆਪਣੇ ਜਿਹੜੇ ਫੰਕਸ਼ਨਸ ਨੇ ਉਹ ਕਿਸ ਬੇਸਿਸ ਤੇ ਚੱਲਦੇ ਨੇ, ਜਿਵੇਂ ਸਪੋਜ਼ ਪਲੈਨਿੰਗ, organizing, staffing, directing, coordination and controlling। जो coordination साडा step है ना, या function है, एक process है management दे, ये optional है। optional मतलब की है, depend करता है, कुछ criteria इन्होंने follow करनगे, कुछ नहीं करते। जो नहीं करते उन्हां दे according साडे management दे किन्ने functions ने 5, पर जो भी ਅਸੀਂ paper attempt करने ना, ਅਸੀਂ 6 functions ਦੀ ਗੱਲ ਕਰਨੀ ਹੈ। ਜੇ ਅਸੀਂ ਇੱਥੇ skip ਕਰ ਦਾਂਗੇ ਨਾ, ਮੇ ਵੀ ਜੋ teacher paper check ਕਰ ਰਿਹਾ, ਅਗਰ ਉਹ coordination ਨੂੰ consider ਕਰਕੇ ਚੱਲਦਾ ਹੈ as a function, ਉਹ ਸਾਡੀ mistake ਕੱਢੇਗਾ। ਤਾਂ 5 ਸਟੈਪ ਸਾਡੇ ਕੋਲ ਕਿਹੜੇ 6 ਅਸੀਂ ਪ੍ਰੋਸੈਸ ਦੇ ਵਿੱਚ ਕੀ ਮੰਨ ਕੇ ਚੱਲਦੇ ਹਾਂ, ਸਾਡੀ ਪਲੈਨਿੰਗ, ਆਰਗੇਨਾਈਜ਼ਿੰਗ, ਸਟਾਫਿੰਗ, ਸੀਕੁਐਂਸ ਹੀ ਰਹੇਗਾ, ਅਸੀਂ ਸੀਕੁਐਂਸ ਚੇਂਜ ਨਹੀਂ ਕਰ ਸਕਦੇ, ਡਾਇਰੈਕਟਿੰਗ, ਉਸ ਤੋਂ ਬਾਅਦ ਸਾਡੇ ਕੋਲ ਕੋਆਰਡੀਨੇਸ਼ਨ, ਮਤਲਬ ਕੋਆਰਡੀਨੇਟਿੰਗ ਅਸੀਂ ਕਹਿ ਸਕਦੇ ਹਾਂ, ਨੈਕਸਟ ਲਾਸਟ ਕੀ ਹੈ ਸਾਡੇ ਕੋਲ, ਕੰਟਰੋਲਿੰਗ। ਇਹਦੇ ਵਿੱਚ ਅਗਰ ਸੀਕੁਐਂਸ ਦੇਖੋ, ਪਹਿਲੀ ਗੱਲ ਤਾਂ ਤੁਸੀਂ BBA ਦੇ ਵਿੱਚ ਜਾਂ BCom ਦੇ ਵਿੱਚ ਇਹ ਟੌਪਿਕ ਪੜ੍ਹ ਕੇ ਆਏ ਹੋਵੋਗੇ, ਤਾਂ ਸੀਕੁਐਂਸ ਲਰਨ ਕਰਨੀ ਈਜ਼ੀ ਹੈ। ਅਗਰ ਨਹੀਂ ਲਰਨ ਕਰਨੀ ਈਜ਼ੀ ਤਾਂ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈਣੀ ਹੈ। ਸਪੋਜ਼ ਅਸੀਂ ਬਿਜ਼ਨਸ ਓਪਨ ਕੀਤਾ, ਰੈਸਟੋਰੈਂਟ, ਕਿਉਂਕਿ ਜੋ ਸਾਡਾ ਸਬਜੈਕਟ ਹੈ ਨਾ ਉਹ ਬਿਜ਼ਨਸ ਮੈਨੇਜਮੈਂਟ ਹੈ। ਬਿਜ਼ਨਸ ਮੈਨੇਜਮੈਂਟ ਮਤਲਬ ਜੋ ਬਿਜ਼ਨਸ ਅਸੀਂ ਕਰ ਰਹੇ ਹਾਂ ਉਹਨੂੰ ਅਸੀਂ ਮੈਨੇਜ ਕਿਵੇਂ ਕਰ ਸਕਦੇ ਹਾਂ। ਅਗਰ ਮੈਂ ਐਗਜ਼ਾਮਪਲ ਲਵਾਂ ਕਿ ਅਸੀਂ ਇੱਕ ਬਿਜ਼ਨਸ ਓਪਨ ਕਰਨਾ ਹੈ, ਕਾਜ਼ਾ ਕਰਨਾ, ਅਸੀਂ ਕੁਛ ਵੀ ਕੋਈ ਰੈਸਟੋਰੈਂਟ ਓਪਨ ਕਰ ਰਹੇ ਹਾਂ, ਤਾਂ ਸਭ ਤੋਂ ਪਹਿਲਾਂ ਅਸੀਂ ਪਲੈਨਿੰਗ ਕਰ ਰਹੇ ਹਾਂ ਨਾ। ਹੁਣ ਅਸੀਂ ਬਿਜ਼ਨਸ ਕਾਜ਼ਾ ਓਪਨ ਕਰੀਏ ਤਾਂ ਪਲੈਨਿੰਗ ਸਾਡਾ ਮੇਜਰ ਸਟੈਪ ਹੋਏਗਾ। ਆਰਗੇਨਾਈਜ਼ਿੰਗ ਦੇ ਵਿੱਚ ਕੀ ਹੁੰਦਾ, ਜੋ ਅਸੀਂ ਪਲਾਨ ਕੀਤਾ ਉਸੇ ਨੂੰ ਕੀ ਇੱਕ ਸਟਰਕਚਰ ਪ੍ਰੋਵਾਈਡ ਕਰਨਾ, ਫਿਜ਼ੀਕਲ ਕੋਈ ਚੀਜ਼ਾਂ ਬਾਏ ਕਰਨੀਆਂ, ਕੁਛ ਅਸੀਂ ਰਿਲੇਸ਼ਨਸ ਡਿਸਾਈਡ ਕਰਨੇ ਆ ਕਿ ਸਾਨੂੰ ਕਿੰਨੇ ਪਰਸਨ ਚਾਹੀਦੇ। ਜਿਵੇਂ ਰੈਸਟੋਰੈਂਟ ਮੈਂ ਓਪਨ ਕਰ ਰਹੀ ਹਾਂ, ਰੈਸਟੋਰੈਂਟ 'ਚ ਮੈਂ ਡਿਸਾਈਡ ਕੀਤਾ, ਸਿਰਫ ਡਿਸਾਈਡ ਕਰ ਰਹੀ ਹਾਂ ਹਜੇ ਕਿ ਮੈਨੂੰ ਕਿੰਨੇ ਚਾਹੀਦੇ ਨੇ, 3 ਮੈਨੂੰ ਕੀ ਚਾਹੀਦੇ ਨੇ, ਸ਼ੈਫ ਚਾਹੀਦੇ ਨੇਗੇ। ਉਸ ਤੋਂ ਬਾਅਦ ਮੈਨੂੰ ਕੀ ਹੈ, 2 ਕੌਣ ਚਾਹੀਦੇ ਨੇ, ਕਲੀਨਰ ਚਾਹੀਦੇ ਨੇ, ਸਰਵਿਸ ਕਰਨ ਨੂੰ ਜੋ ਵੇਟਰਸ ਹੋਣਗੇ, ਮੈਂ ਕਹਿ ਰਹੀ 4 ਮੈਨੂੰ ਵੇਟਰ ਚਾਹੀਦੇ ਨੇ, ਇਹ ਪਰਸਨ ਚਾਹੀਦੇ ਨੇ। ਇਹ ਅਸੀਂ ਕੀ ਕਹਿੰਦੇ ਆਰਗੇਨਾਈਜ਼ਿੰਗ। ਆਰਗੇਨਾਈਜ਼ਿੰਗ ਦਾ ਸਿੰਪਲ ਮੀਨਿੰਗ ਕੀ ਹੈ ਕਿ ਜੋ ਸਾਡੇ ਕੋਲ ਜਿੰਨੇ ਲੋਕਾਂ ਦੀ ਰਿਕੁਆਇਰਮੈਂਟ ਹੈ, ਸਿਰਫ ਉਹਨਾਂ ਦੇ ਪੋਸਟ ਨੂੰ ਦੇਖਣਾ, ਉਹਨਾਂ ਦੇ ਜੌਬਸ ਬਾਰੇ ਡਿਸਕਸ ਕਰਨਾ, ਕਿਹੜੇ ਜੌਬ ਸਾਨੂੰ ਚਾਹੀਦੇ ਨੇ, ਉਹ ਕੀ ਹੁੰਦੀ ਹੈ ਆਰਗੇਨਾਈਜ਼ਿੰਗ। ਆਰਗੇਨਾਈਜ਼ਿੰਗ ਤੋਂ ਬਾਅਦ ਸਿਰਫ ਮੈਂ ਡਿਸਾਈਡ ਕੀਤਾ ਕਿ ਮੈਨੂੰ 3 ਸ਼ੈਫ ਚਾਹੀਦੇ ਨੇ, 2 ਕਲੀਨਰ ਚਾਹੀਦੇ ਨੇ, 4 ਵੇਟਰਸ ਚਾਹੀਦੇ ਨੇ। ਇਹਨਾਂ ਨੂੰ ਜਦੋਂ ਮੈਂ ਅਪਾਇੰਟਮੈਂਟ ਕਰੂੰਗੀ, ਇਹਨਾਂ ਦੀ ਹਾਇਰਿੰਗ ਕਰੂੰਗੀ, ਉਹਨੂੰ ਮੈਂ ਕੀ ਕਹੂੰਗੀ, ਸਟਾਫਿੰਗ। ਸਟਾਫਿੰਗ ਦੇ ਵਿੱਚ ਸਿਰਫ ਇਹ ਹੈ, ਜੋ ਅਸੀਂ ਪੋਜੀਸ਼ਨਸ ਡਿਸਾਈਡ ਕੀਤੀਆਂ, ਜੋ ਜੌਬ ਅਸੀਂ ਡਿਸਾਈਡ ਕਰ ਰਹੇ ਹਾਂ, ਚਾਹੇ ਹਾਇਰ, ਚਾਹੇ ਲੋਅਰ, ਚਾਹੇ ਵਰਕਰ ਹੈ, ਉਹਨਾਂ ਨੂੰ ਜਦੋਂ ਅਸੀਂ ਕਿ ਐਕਚੁਅਲ ਚ ਹਾਇਰ ਕਰਦੇ ਹਾਂ, ਉਹਨਾਂ ਨੂੰ ਕਹਿੰਦੇ ਰਿਕਰੂਟ ਕਰਦੇ ਹਾਂ, ਉਹਨੂੰ ਅਸੀਂ ਕਹਿੰਦੇ ਸਟਾਫਿੰਗ। ਡਾਇਰੈਕਟਿੰਗ ਕੀ ਹੈ, ਕਹਿੰਦੇ ਉਹ ਪਰਸਨ ਆ ਕੇ ਖੁਦ ਕੰਮ ਨਹੀਂ ਕਰਨਗੇ, ਉਹਨਾਂ ਨੂੰ ਦੱਸਣਾ ਪਏਗਾ। ਮੈਂ ਸ਼ੈਫ ਨੂੰ ਦੱਸੂੰਗੀ, ਤੁਸੀਂ ਐਸ ਪਰ ਮੇਰੇ ਮੈਨੂ ਕੀ ਚੀਜ਼ ਬਣਾਉਂਗੇ, ਕਲੀਨਰਸ ਨੂੰ ਦੱਸੂੰਗੀ, ਤੁਸੀਂ ਗੇਟਮੈਨ ਨੂੰ ਦੱਸੋ ਕਿਵੇਂ ਕੰਮ ਕਰਨਾ, ਕਿੱਦਾਂ ਕੰਮ ਕਰਨਾ। ਉਹ ਚੀਜ਼ ਕੀ ਹੁੰਦੀ ਹੈ, ਡਾਇਰੈਕਸ਼ਨ। ਡਾਇਰੈਕਟਿੰਗ ਮੀਨਸ ਡਾਇਰੈਕਸ਼ਨ ਪ੍ਰੋਵਾਈਡ ਕਰਨਾ, ਉਹਨਾਂ ਨੂੰ ਆਰਡਰਸ ਦੇਣੇ, ਕਿੱਦਾਂ ਕੰਮ ਕਰਨੇ। ਕੋਆਰਡੀਨੇਟਿੰਗ ਕਿਆ ਹੈ, ਉਹਨਾਂ ਦੇ ਵਿੱਚ ਆਪਸ ਵਿੱਚ ਬੈਲੈਂਸ ਕਿੰਨਾ, ਇੱਕ ਦੂਜੇ ਦਾ ਚਾਹੇ ਕੰਮ ਕਰਨਾ, ਚਾਹੇ ਮੇਨਟੇਨ ਕਰਕੇ ਚੱਲਣਾ। ਜੇ ਮੈਂ ਇੱਥੇ ਦੇਖੋ, ਜੇ ਮੈਂ ਰੈਸਟੋਰੈਂਟ ਦੀ ਐਗਜ਼ਾਮਪਲ ਲਵਾਂ, ਇਹਦੇ ਵਿੱਚ ਕੀ ਹੋਏਗਾ, ਪਹਿਲਾਂ ਸ਼ੈਫ ਕੀ ਹੈ ਪ੍ਰੋਡਕਟ ਬਣਾਏਗਾ, ਫਿਰ ਕੀ ਹੈ ਵੇਟਰ ਉਹਨਾਂ ਨੂੰ ਪ੍ਰੋਵਾਈਡ ਕਰਕੇ ਆਏਗਾ, ਫਿਰ ਕਲੀਨਰ ਕੀ ਕਰਨਗੇ, ਟੇਬਲ ਕਲੀਨ ਕਰਨਗੇ। ਪਰ ਕਦੇ ਇਹ ਚੀਜ਼ ਹੋਇਆ ਵੀ ਸ਼ੈਫ ਬਾਅਦ ਚੋਂ ਪ੍ਰੋਡਕਟ ਬਣਾ ਰਿਹਾ ਤੇ ਜਿਹੜੇ ਵੇਟਰਸ ਨੇ ਉਹ ਪਹਿਲਾਂ ਸਰਵ ਕਰ ਰਹੇ ਨੇ, ਪੋਸੀਬਲ ਹੀ ਨਹੀਂ। ਤਾਂ ਕਹਿੰਦੇ ਕੋਆਰਡੀਨੇਸ਼ਨ ਅਮੰਗ ਦ ਡਿਪਾਰਟਮੈਂਟਸ ਚਾਹੇ ਪੀਪਲ, ਦੋਨਾਂ ਦੇ ਵਿੱਚ ਹੀ ਸਾਨੂੰ ਕੰਪਲਸਰੀ ਹੋ ਜਾਂਦੀ ਹੈ। ਕੰਟਰੋਲਿੰਗ ਦੇ ਵਿੱਚ ਕੀ ਹੁੰਦਾ ਹੈਗਾ, ਅਸੀਂ ਜੋ ਪਲੈਨਿੰਗ ਕੀਤੀ ਸੀ ਫਰਸਟ ਡੇ, ਦੇਖੋ ਜੋ ਮੈਂ ਪਲੈਨਿੰਗ ਕੀਤੀ ਆਪਣੀ ਫਰੈਂਡ ਨਾਲ, ਰੈਸਟੋਰੈਂਟ ਖੋਲਿਆ, ਮੈਂ ਸੋਚਿਆ ਮੈਨੂੰ ਨਾ 5 ਲੱਗਦੇ, ਮੈਨੂੰ ਪ੍ਰੋਫਿਟਸ ਚਾਹੀਦੇ ਨੇ, ਤਾਂ ਹੀ ਮੈਂ ਬਿਜ਼ਨਸ ਓਪਨ ਕਰੂੰ। ਪਰ ਆਫਟਰ ਨਾ 3-4 ਮੰਥਸ ਬਾਅਦ ਮੈਂ ਚੈੱਕ ਕੀਤਾ ਕਿ ਮੈਨੂੰ ਪ੍ਰੋਫਿਟਸ ਨਹੀਂ ਹੋ ਰਹੇ, ਮੈਨੂੰ ਕੀ ਹੋ ਰਿਹਾ, ਲੋਸ ਹੋ ਰਹੇ। ਜੋ ਮੈਂ ਪਲੈਨਿੰਗ ਕੀਤੀ ਸੀ ਉਸ ਦੇ ਅਕੋਰਡਿੰਗ ਮੇਰਾ ਕੰਮ ਹੋ ਨਹੀਂ ਰਿਹਾ। ਇਸ ਕਰਕੇ ਅਸੀਂ ਕੰਟਰੋਲਿੰਗ ਕੀ ਕਹਿੰਦੇ, ਜੋ ਪਲਾਨ ਕੀਤਾ ਹੈ ਉਸ ਨੂੰ ਕੰਟਰੋਲ ਕਰਕੇ ਚੱਲੋ। ਜੋ ਸਾਡੀ ਬਾਕੀ ਦੇ ਸਟੈਪ ਨੇ, ਜਿੱਥੇ ਸਾਨੂੰ ਲੋਡ ਪਏਗੀ ਉੱਥੇ ਸਾਨੂੰ ਕੰਟਰੋਲਿੰਗ ਕਰਨੀ ਕੀ ਹੋ ਜਾਏਗੀ, ਮਸਟ ਹੋ ਜਾਏਗੀ। ਤਾਂ 6 ਅਸੀਂ ਹਮੇਸ਼ਾ 6 ਤੇ ਹੀ ਫੋਕਸ ਕਰਕੇ ਚੱਲਦੇ ਹਾਂ। ਕਦੇ 5 ਨਾ ਲਿਖ ਕੇ ਆਇਓ, ਵੱਧ ਲਿਖ ਦੋਗੇ ਕੋਈ ਪ੍ਰੋਬਲਮ ਨਹੀਂ, ਘੱਟ ਲਿਖ ਕੇ ਆਉਂਗੇ ਤਾਂ ਮਾਰਕਸ ਜਾਣ ਦੇ ਚਾਂਸਿਸ ਨਹੀਂ। ਅੱਗੇ ਉਹਦੇ ਵਿੱਚ ਸਾਡਾ ਫਰਸਟ ਮੇਜਰ ਸਟੈਪ ਹੈ ਪਲੈਨਿੰਗ। ਤਾਂ ਸਿਰਫ ਪਲੈਨਿੰਗ ਦਾ ਮਤਲਬ ਕੀ ਹੈ, ਥਿੰਕਿੰਗ ਇਨ ਐਡਵਾਂਸ। ਕਹਿੰਦੇ ਅਸੀਂ ਕੋਈ ਵੀ ਚੀਜ਼ ਸੋਚ ਰਹੇ ਹਾਂ ਸਿਰਫ, ਠੀਕ ਹੈ, ਵਟ ਇਜ਼ ਟੂ ਡਨ, ਅਸੀਂ ਕੀ ਕੁਝ ਕਰਨਾ ਹੈ, ਵੈਨ ਇਟ ਇਜ਼ ਟੂ ਬੀ ਡਨ, ਕਦੋਂ ਕਰਾਂਗੇ ਅਸੀਂ, ਉਸ ਤੋਂ ਬਾਅਦ ਹਾਊ, ਕਿਵੇਂ ਕੀਤਾ ਜਾਏਗਾ ਕੋਈ ਵੀ ਕੰਮ, ਤੇ ਬਾਈ ਹੂਮ, ਕਰੇਗਾ ਕੌਣ, ਵੀ ਓਨਰ ਹੀ ਕਰੇਗਾ ਜਾਂ ਅਸੀਂ ਮੈਨੇਜਰਸ ਰੱਖਾਂਗੇ, ਜਾਂ ਸਾਨੂੰ ਕਿੰਨੇ
ਪਰਸਨਸ ਚਾਹੀਦੇ ਨੇਗੇ, ਵੈਨ ਮਤਲਬ ਕਦੋਂ ਅਸੀਂ ਕਰ ਰਹੇ ਹਾਂ, ਇਹ ਸਾਲ, ਨੈਕਸਟ ਈਅਰ, ਸੁਬਾਹ, ਈਵਨਿੰਗ, ਸ਼ਾਮ ਨੂੰ, ਜੋ ਵੀ ਟਾਈਮ ਦੇ ਅਕੋਰਡਿੰਗ ਜੋ ਕੰਮ ਹੋਏਗਾ, ਸਾਡਾ ਬਿਜ਼ਨਸ ਹੋਏਗਾ, ਕਿੱਦਾਂ ਦਾ ਕੰਮ ਕਰਨਾ ਹੈ, ਕੀ ਕੰਮ ਕਰਨਾ ਹੈ, ਜੋ ਅਸੀਂ ਪਲਾਨ ਕਰ ਰਹੇ ਹਾਂ, ਸਿਰਫ ਅਸੀਂ ਸੋਚ ਰਹੇ ਹਾਂ, ਕਰਨ ਤੋਂ ਪਹਿਲਾਂ ਉਹਨੂੰ ਅਸੀਂ ਕੀ ਕਹਿੰਦੇ ਹਾਂ, ਪਲਾਨਿੰਗ ਦੀ ਇੰਪੋਰਟੈਂਸ ਨਾਲ ਬਸ ਇਹਦੇ ਵਿੱਚ ਨਾ ਮੈਂ ਮੇਨ ਹਾਈਲਾਈਟਸ ਲਿਖੇ ਹੋਏ ਆ, ਬੁੱਕ ਦੇ ਵਿੱਚ ਬਾਅਦ ਚ ਪੜ੍ਹਨਾ ਹੀ ਪੜ੍ਹ ਲਿਓ। ਪਲੈਨਿੰਗ ਪ੍ਰੋਵਾਈਡਸ ਅ ਡਾਇਰੈਕਸ਼ਨ। ਦੇਖੋ ਜੋ ਮੈਂ ਪਹਿਲਾਂ ਪਲਾਨ ਕਰੂੰਗੀ ਨਾ ਤਾਂ ਹੀ ਮੈਨੂੰ ਪਤਾ ਹੋਏਗਾ। ਹੁਣ ਐਗਜ਼ਾਮਪਲ ਹੈ, ਸਪੋਜ਼ ਅਗਰ ਮੈਂ ਆਪਣੇ ਘਰ ਤੋਂ ਕਾਲਜ ਆਣਾ ਹੈ ਤਾਂ ਮੈਨੂੰ ਪਹਿਲਾਂ ਕੀ ਹੈ, ਇੱਕ ਦੇਖਣਾ ਪਏਗਾ ਕਿ ਮੈਂ ਕਿੱਦਾਂ ਜਾ ਸਕਦੀ ਹਾਂ। ਜੇ ਮੈਂ ਸਿੱਧਾ ਹੀ ਘਰੋਂ ਨਿਕਲੀ, ਮੈਨੂੰ ਇਹ ਨਹੀਂ ਪਤਾ ਕਿ ਅੱਜ ਮੈਂ ਕਾਲਜ ਜਾਣਾ ਸੀ, ਟਿਊਸ਼ਨ ਜਾਣਾ ਸੀ, ਆਪਣੀ ਜੌਬ ਪਲੇਸ ਜਾਣਾ ਸੀਗਾ, ਤਾਂ ਮੇਰੀ ਕਦੇ ਵੀ ਮੈਂ ਆਪਣੇ ਜੋ ਮੈਂ ਕੰਮ ਕਰਨਾ ਚਾਹੁੰਦੀ ਫੁੱਲ ਡੇ ਮੈਂ ਅਚੀਵ ਨਹੀਂ ਕਰ ਸਕਦੀ। ਪਹਿਲਾਂ ਮੈਂ ਪਲਾਨ ਕਰੂੰਗੀ ਕਿ ਸਵੇਰ ਮੈਂ 9 to 3 ਕਾਲਜ ਜਾਊਂਗੀ, ਆਫਟਰ ਦੈਟ ਕਾਲਜ ਜਾਣ ਤੋਂ ਬਾਅਦ ਮੈਂ ਕੀ ਕਰ ਸਕਦੀ ਹੈਗੀ ਕਿ ਮੈਂ ਜੌਬ ਤੇ ਜਾਣਾ ਹੈ ਜਾਂ ਟਿਊਸ਼ਨ ਜਾਣਾ। ਸਪੋਜ਼ 3 to 5 ਮੈਂ ਟਿਊਸ਼ਨ ਰੱਖੀ ਹੋਈ, 5 to 10 ਰਾਤ ਨੂੰ ਮੈਂ ਕੀ ਕਰ ਰਹੀ, ਜੌਬ ਕਰ ਰਹੀ ਹਾਂ। ਤਾਂ ਉਸ ਦੇ ਅਕੋਰਡਿੰਗ ਕਹਿੰਦੇ ਕੀ ਹੈ, ਜੋ ਪਲਾਨਿੰਗ ਹੈ ਸਾਨੂੰ ਡਾਇਰੈਕਸ਼ਨਸ ਪ੍ਰੋਵਾਈਡ ਕਰਦੀ ਹੈ ਵੀ ਅਸੀਂ ਕਿਵੇਂ ਵਰਕਰਸ ਕੰਮ ਕਰਨਗੇ, ਕਦੋਂ ਕੰਮ ਕਰਨਗੇ, ਕੀ ਕੰਮ ਕਰਨਗੇ, ਅਸੀਂ ਕੀ ਡਾਇਰੈਕਸ਼ਨਸ ਪ੍ਰੋਵਾਈਡ ਕਰਨੀਆਂ ਨੇ ਵਰਕਰਸ ਨੂੰ, ਕਿਵੇਂ ਕਿਵੇਂ ਕਰਨਾ, ਸਭ ਕੁਝ ਕਾਦੇ ਵਿੱਚ ਅਸੀਂ ਡਿਸਾਈਡ ਕਰਦੇ ਹਾਂ, ਪਲਾਨਿੰਗ ਰਿਡਿਊਸ ਦਾ ਰਿਸਕ ਅਨਸਰਟੇਨਿਟੀ। ਕਹਿੰਦੇ ਜੋ ਬਿਜ਼ਨਸ ਹੈ ਨਾ, ਸਾਡੀ ਕਿਸੇ ਅਜ਼ੰਪਸ਼ਨ ਹੀ ਮੰਨ ਕੇ ਚੱਲਦੇ ਕਿ ਬਿਜ਼ਨਸ ਅਨਸਰਟੇਨ ਹੈ, ਸਾਨੂੰ ਨਹੀਂ ਪਤਾ ਕੱਲ ਸਾਨੂੰ ਪ੍ਰੋਫਿਟਸ ਹੋਣਗੇ ਕਿ ਲੋਸ, ਦੋਨੋਂ ਪੋਸਿਬਿਲਿਟੀਜ਼ ਹੋ ਸਕਦੇ, ਪ੍ਰੋਫਿਟ ਲੋਸ, ਕਸਟਮਰਸ ਆਣਗੇ ਨਹੀਂ ਆਣਗੇ। ਹੁਣ ਜਸਟ ਲਾਈਕ ਐਗਜ਼ਾਮਪਲ ਹੈ 2017 ਦੇ ਵਿੱਚ ਮੋਦੀ ਨੇ ਕੀ ਕੀਤਾ ਸੀ, GST ਲਾਂਚ ਕਰਤਾ ਸੀ। ਉਦੋਂ ਪਹਿਲਾਂ ਉਹਨੇ 16 ਦੇ ਵਿੱਚ ਕੀ ਕੀਤਾ ਸੀ, ਡੀਮੋਨਟਾਈਜੇਸ਼ਨ, ਨੋਟਬੰਦੀ ਕਰਤੀ ਸੀ। ਤਾਂ ਫਿਊਚਰ ਅਨਸਰਟੇਨ ਹੈ, ਸਾਨੂੰ ਕੁਝ ਪਤਾ ਹੀ ਨਹੀਂ ਹੈ, ਪਰ ਅਗਰ ਅਸੀਂ ਕੁਝ ਪਲਾਨ ਕਰਕੇ ਚੱਲਦੇ ਨਾ, ਸਾਨੂੰ ਕੀ ਹੈ, ਅਸੀਂ ਬਿਜ਼ਨਸ ਨੂੰ ਈਜ਼ੀਲੀ ਕੰਟਰੋਲ ਕਰ ਸਕਦੇ। ਐਗਜ਼ਾਮਪਲ GST ਇੱਕ ਦਿਨ ਦੇ ਵਿੱਚ ਅਪਲਾਈ ਨਹੀਂ ਹੋਇਆ ਸੀ। GST ਲਈ ਉਹਨਾਂ ਨੇ ਕੀ ਕਿਹਾ ਸੀ, ਮਤਲਬ ਪਹਿਲਾਂ ਪ੍ਰੋਵੀਜ਼ਨ ਸਟਾਰਟ ਹੋ ਗਿਆ ਸੀ। ਅਗਰ ਅਸੀਂ ਕੀ ਹੈ ਬਿਜ਼ਨਸ ਦੇ ਇਨਵਾਇਰਮੈਂਟਸ ਨੂੰ ਮਾਈਂਡ ਦੇ ਵਿੱਚ ਰੱਖਦੇ, ਨੋਟ ਕਰਕੇ ਰੱਖਦੇ ਨਾ, ਸਾਨੂੰ ਕੀ ਚੀਜ਼ ਈਜ਼ੀ ਹੋ ਜਾਂਦੀ ਹੈ। ਅਸੀਂ ਇੱਕ ਸਾਨੂੰ ਕੀ ਚੀਜ਼ ਈਜ਼ੀ ਹੁੰਦੀ, ਅਗਰ ਅਸੀਂ ਬਿਜ਼ਨਸ ਇਨਵਾਇਰਮੈਂਟ ਨੂੰ ਮਾਈਂਡ ਦੇ ਵਿੱਚ ਰੱਖਾਂਗੇ ਨਾ, ਪਲਾਨ ਈਜ਼ੀਲੀ ਕਰ ਸਕਦੇ। ਪਲਾਨ ਈਜ਼ੀਲੀ ਕਰਕੇ ਕੰਟਰੋਲ ਨਹੀਂ ਕਰ ਸਕਦੇ ਪੂਰਾ ਉਸ ਜੋ ਸਾਡਾ ਰਿਸਕ, ਮਤਲਬ ਰਿਸਕ ਹੈ ਜਾਂ ਅਨਸਰਟੇਨਿਟੀ ਹੈਪਨਿੰਗ ਹੋ ਰਹੀ ਹੈ, ਪਰ ਉਹਨੂੰ ਕਿਤੇ ਨਾ ਕਿਤੇ ਫੁੱਲ ਕੰਟਰੋਲ ਨਹੀਂ ਕਰ ਸਕਦੇ। ਉਸ ਨੂੰ ਅਸੀਂ ਫੇਸ ਕਰ ਸਕਦੇ ਹਾਂ, ਪ੍ਰੋਬਲਮਸ ਨੂੰ ਓਵਰਕਮ ਕਰ ਸਕਦੇ ਹਾਂ, ਉਹਨਾਂ ਅਸੀਂ ਕਿ ਅਨਸਰਟੇਨਿਟੀਜ਼ ਨੂੰ। ਜਿਵੇਂ ਹੁਣ ਅਸੀਂ ਇੱਥੇ ਐਗਜ਼ਾਮਪਲ ਲੈਤੀ ਸੀ ਕਿ ਮੋਦੀ ਅਗਰ GST ਲੈ ਕੇ ਆ ਰਿਹਾ, ਜਿਹੜੇ ਬਿਜ਼ਨਸਮੈਨ ਨੂੰ ਪਹਿਲਾਂ ਨੌਲੇਜ ਹੋਏਗੀ ਕਿ GST ਆ ਰਿਹਾ, ਥੋੜਾ ਬਹੁਤ ਮੈਂਟਲੀ ਪ੍ਰਿਪੇਅਰ ਹੋਏਗਾ, ਆਪਣੇ ਕੋਈ CA ਹੈ, ਕੋਈ ਅਕਾਊਂਟੈਂਟ ਹੈ, ਉਹਨਾਂ ਨੂੰ ਦੱਸੇਗਾ ਵੀ GST ਬਾਰੇ ਤੁਸੀਂ ਨੌਲੇਜ ਲੈ ਲਓ। ਜਿਹੜੇ ਪਰਸਨਸ ਨਹੀਂ ਅਵੇਅਰ ਹੋਣਗੇ, ਉਹਨਾਂ ਨੂੰ ਕੀ ਆਏਗੀ, ਜ਼ਿਆਦਾ ਪ੍ਰੋਬਲਮਸ ਆਏਗੀ। ਤਾਂ ਪਲਾਨਿੰਗ ਸਾਨੂੰ ਕਿ ਅਨਸਰਟੇਨਿਟੀ ਤੋਂ ਕੀ ਕਰਦਾ, ਸੇਵ ਕਰਕੇ ਚੱਲਦਾ। ਨੈਕਸਟ ਕੀ ਹੈ, ਕਹਿੰਦੇ ਪਲਾਨਿੰਗ ਰਿਡਿਊਸ ਓਵਰਲੈਪਿੰਗ ਐਂਡ ਵੇਸਟਫੁਲ ਐਕਟੀਵਿਟੀਜ਼। ਅਗਰ ਦੇਖੋ ਸਪੋਜ਼ ਅਸੀਂ ਪਲਾਨਿੰਗ ਨਾਲ ਚੱਲਦੇ ਹਾਂ, ਕਾਲਜ ਵਾਲਿਆਂ ਨੇ ਪਲਾਨਿੰਗ ਕੀਤੀ ਕਿ ਫਰਸਟ ਅਸੀਂ ਪੇਪਰ ਕਦੋਂ ਲਵਾਂਗੇ, ਅਕਤੂਬਰ ਲਵਾਂਗੇ, ਨੈਕਸਟ ਪੇਪਰ ਅਸੀਂ ਕਦੋਂ ਲਵਾਂਗੇ, ਨਵੰਬਰ ਲਵਾਂਗੇ। ਅਗਰ ਕਾਲਜ ਵਾਲੇ ਪਲਾਨ ਨਹੀਂ ਕਰਨ, ਦਸੰਬਰ ਵਿੱਚ ਸਾਨੂੰ ਨੋਟਿਸ ਆ ਜਾਏ ਕਿ ਦੋ ਸਮੈਸਟਰ MSTs ਦੇ ਮਾਰਕਸ ਭੇਜੋ, ਅਗਰ ਕਾਲਜ ਵਾਲੇ ਅਕਤੂਬਰ ਚ ਨਹੀਂ ਲੈਣਗੇ, ਡਜ਼ਨਟ ਮੀਨ ਕਿ ਨਵੰਬਰ ਦੇ ਵਿੱਚ ਫਿਰ ਉਹਨਾਂ ਨੂੰ ਕੀ ਕਰਨਾ ਪਏਗਾ, ਪਹਿਲੇ ਪੇਪਰ ਉਹ 1 ਤੋਂ ਲੈ ਕੇ 10 ਨਵੰਬਰ ਤੱਕ ਲੈਣਗੇ, ਫਿਰ ਉਹ ਕੀ ਕਹਿਣਗੇ 11 ਤੋਂ ਲੈ ਕੇ 20 ਤੱਕ ਫਿਰ ਪੇਪਰ ਦੇ ਦਿਓ। ਤਾਂ ਪੂਅਰ ਪਲਾਨਿੰਗ ਦੇ ਵਿੱਚ ਨਾ ਸਾਡੀ ਕੀ ਹੈ, ਜਾਂ ਤਾਂ ਓਵਰਲੈਪਿੰਗ ਹੋਏਗੀ, ਕੰਮ 2 ਵਾਰ ਹੋਏਗਾ, ਚਾਹੇ ਸਾਡੀ ਕਿ ਜੋ ਐਕਟੀਵਿਟੀਜ਼ ਅਸੀਂ ਕਰ ਰਹੇ ਹਾਂ ਕਿ ਉਹ ਕੀ ਹੋਏਗੀ, ਵੇਸਟ ਹੋਏਗੀ। ਜੇ ਮੰਨ ਕੇ ਚਲੋ ਅਗਰ ਮੈਂ ਪਲਾਨ ਹੀ ਨਹੀਂ ਕੀਤਾ, ਮੈਂ ਸਿਰਫ ਇੱਕ ਅਨਾਉਂਸਮੈਂਟ ਕਰਤੀ ਕਿ ਇੱਕ ਪਰਚੇਜ਼ ਦਾ ਆਰਡਰ ਲਗਾ ਦਿਓ, ਰॉ ਮਟੀਰੀਅਲ ਬਾਈ ਕਰ ਲਓ, ਇਹ ਦੱਸਿਆ ਹੀ ਨਹੀਂ ਕਿਹਨੂੰ ਕਿਹਾ ਮੈਂ ਪਰਚੇਜ਼ ਕਰਨ ਨੂੰ, ਤਾਂ ਪੋਸੀਬਿਲਿਟੀ ਹੋ ਸਕਦੀ ਜਿਵੇਂ ਕੋਈ ਨੰਬਰ ਆਫ EMPLOYEES ਨੇ ਤਾਂ 3-4 ਆਰਡਰ ਲੱਗ ਸਕਦੇ, 2 ਆਰਡਰਸ ਲੱਗ ਸਕਦੇ, ਕੋਈ ਵੀ ਪਰਸਨ ਕੀ ਆਰਡਰ ਲਗਾ ਸਕਦਾ। ਤਾਂ ਓਵਰਲੈਪਿੰਗ ਮਤਲਬ ਹੁੰਦਾ ਕਿ ਬਾਰ-ਬਾਰ ਕੰਮ ਨਹੀਂ ਹੋਣਾ, ਤੇ ਵੇਸਟਫੁਲ ਐਕਟੀਵਿਟੀਜ਼ ਵਿੱਚ ਟਾਈਮ ਵੇਸਟ, ਜਾਂ ਕੋਈ ਵੀ ਕੰਮ ਅਸੀਂ 2 ਵਾਰ ਕਰਕੇ ਐਕਟੀਵਿਟੀ ਜਾਂ ਆਪਣੇ ਰਿਸੋਰਸਿਸ ਨੂੰ ਵੇਸਟ ਨਾ ਕਰੀਏ। ਕਹਿੰਦੇ ਪਲਾਨਿੰਗ ਪ੍ਰਮੋਟਸ ਇਨੋਵੇਟਿਵ ਆਈਡੀਆਜ਼। ਇਨੋਵੇਟਿਵ ਆਈਡੀਆਜ਼ ਮੀਨਸ ਕੀ ਹੈ, ਅਗਰ ਜਦੋਂ ਅਸੀਂ ਪਲਾਨ ਕਰਦੇ ਹਾਂ ਨਾ, ਪਲਾਨਿੰਗ ਕੀ ਈਜ਼ੀ ਪ੍ਰੋਸੈਸ ਨਹੀਂ ਹੈ। ਪਲਾਨਿੰਗ ਦੇ ਵਿੱਚ ਨਾ ਅਸੀਂ ਮੰਨ ਲੈਂਦੇ ਹਾਂ ਸਪੋਜ਼ ਛੋਟੇ ਲੈਵਲ ਤੇ ਕਿ ਪਲਾਨਿੰਗ ਐਵੇਂ ਜੀ ਹੋ ਜਾਂਦੀ ਹੈ, ਪਰ ਸੱਚੀ ਦੇ ਵਿੱਚ ਐਵੇਂ ਨਹੀਂ ਹੁੰਦੀ। ਬਿਜ਼ਨਸ ਦੇ ਵਿੱਚ ਕਹਿੰਦਾ ਸਾਨੂੰ ਕਿ ਕੁਝ ਐਕਸਪਰਟਸ ਦੀ ਲੋੜ ਪੈਂਦੀ ਹੈ। ਐਕਸਪਰਟ ਮੀਨਸ ਕਿ ਜੇ ਕੋਈ ਪਹਿਲਾ ਪਰਸਨ ਨੇ, ਕੋਈ ਪੁਰਾਣੇ ਪਰਸਨ ਨੇ, ਰੀਅਲ ਲਾਈਫ ਦੇ ਵਿੱਚ ਕਈ ਚੀਜ਼ ਹੁੰਦਾ। ਸਪੋਜ਼ ਮੈਂ ਅਗਰ ਬਿਜ਼ਨਸ ਕਰਨਾ ਹੈ, ਮੈਂ ਸੋਚਿਆ ਮੈਂ ਇੱਕ ਨਾ ਆਈਸਕ੍ਰੀਮ ਦੀ ਫੈਕਟਰੀ ਓਪਨ ਕਰਾਂ, ਆਈਸਕ੍ਰੀਮ ਬਣਾ ਰਹੀ ਹਾਂ, ਤਾਂ ਆਈਸਕ੍ਰੀਮ ਬਣਾਉਣ ਲਈ ਮੈਨੂੰ ਕੀ ਮਸ਼ੀਨਸ ਚਾਹੀਦੀਆਂ ਨੇ, ਕਿੰਨੇ ਵਰਕਰਸ ਦੀ ਲੋੜ ਹੈ, ਮੈਨੂੰ ਕਿੰਨੀ ਕੈਪੀਟਲ ਚਾਹੀਦੀ ਹੈ, ਇਹ ਸਾਰੀ ਮੈਨੂੰ ਕੀ ਕਰਨੀ ਪਊਗੀ, ਰਿਕੁਆਇਰਮੈਂਟ ਦੀ
ਇਨਫੋਰਮੇਸ਼ਨ ਹੋਣੀ ਜ਼ਰੂਰੀ ਹੈ। ਇਨਫੋਰਮੇਸ਼ਨ ਮੈਨੂੰ ਕਿੱਥੋਂ ਆਏਗੀ? ਸਿੰਪਲੀ ਜੋ ਚੀਜ਼ ਕੋਈ ਪਹਿਲਾਂ ਜਦੋਂ ਕੋਈ 올ਡ ਪਰਸਨ ਕਰ ਰਿਹਾ, ਚਾਹੇ ਮੈਨੂੰ ਕੀ ਕਰਨੀ ਪਊਗੀ? ਰਿਸਰਚ ਕਰਨੀ ਪਏਗੀ ਵੀ ਕਿੰਨੇ ਰੁਪਏ ਲੱਗਣਗੇ, ਕਿੰਨੀਆਂ ਮਸ਼ੀਨਸ ਹੋਣਗੀਆਂ, ਕਿਵੇਂ ਆਈਸਕ੍ਰੀਮ ਬਣਦੇ, ਕਿਹੜੇ ਕਿਹੜੇ ਉਹਦੇ ਵਿੱਚ ਇਨਗਰੀਡੀਐਂਟਸ ਪੈਂਦੇ ਨੇ, ਮੈਂ ਉਹਨਾਂ ਨੂੰ ਲੌਂਗ ਟਰਮ ਤੱਕ ਸਟੋਰੇਜ ਕਿਵੇਂ ਕਰ ਸਕਦੀ ਹਾਂ, ਫਿਰ ਮੈਂ ਬਠਿੰਡਾ ਤੋਂ ਹੋਰ ਸਿਟੀਜ਼ ਦੇ ਵਿੱਚ ਕਿਵੇਂ ਡਿਲੀਵਰ ਕਰ ਸਕਦੀ ਹਾਂ। ਜੋ ਇਹ ਸਾਰੀ ਇਨਫੋਰਮੇਸ਼ਨ ਹੈ ਨਾ, ਇਹ ਸਾਨੂੰ ਕੀ ਹੈਗੇ, ਅਸੀਂ ਪਲਾਨ ਕਰਕੇ ਕਰਦੇ। ਤਾਂ ਉਸੇ ਤਰੀਕੇ ਨਾਲ ਜਦੋਂ ਅਸੀਂ ਪਲੈਨਿੰਗ ਕਰਦੇ ਹਾਂ ਤਾਂ ਕਹਿੰਦੇ ਇਨੋਵੇਟਿਵ ਆਈਡੀਆ ਸਾਡੇ ਕੋਲ ਬਾਹਰ ਆਉਂਦੇ, ਅਸੀਂ ਕਿਵੇਂ ਕਿਵੇਂ ਕਰ ਸਕਦੇ। ਮੈਨੂੰ ਕਿਸੇ ਪੁਰਾਣੇ ਬਿਜ਼ਨਸਮੈਨ ਨੇ ਦੱਸਿਆ ਕਿ ਆਈਸਕ੍ਰੀਮ ਨੂੰ ਨਾ ਉਹ ਇਸ ਤਰੀਕੇ ਨਾਲ ਸਟੋਰ ਕਰਦੇ, ਮੈਂ ਉਹਨਾਂ ਨੂੰ ਇੱਕ ਆਰਗੂ ਦੇ ਵਿੱਚ ਪੁੱਛ ਸਕਦੀ ਵੀ ਇਦਾਂ ਨਹੀਂ ਤਾਂ ਅਸੀਂ ਨਵਾਂ ਮੈਥਡ ਨਹੀਂ ਅਪਲਾਈ ਕਰ ਸਕਦੇ? ਜੇ ਤਾਂ ਕੋਸਟ ਕੰਜ਼ਿਊਮਿੰਗ ਜ਼ਿਆਦਾ ਹੈ, ਜੇ ਅਗਰ ਬਠਿੰਡਾ ਤੋਂ ਮੈਂ ਲੁਧਿਆਣਾ ਸ਼ਿਫਟ ਕਰ ਰਹੀ ਹਾਂ, ਆਈਸਕ੍ਰੀਮ ਵੇਸਟ ਹੋ ਜਾਏਗੀ, ਕਿਵੇਂ ਸੇਵ ਕਰ ਸਕਦੀ ਹਾਂ? ਜਦੋਂ ਅਸੀਂ ਪਲੈਨਿੰਗ ਕਰਾਂਗੇ ਨਾ, ਸਾਡੇ ਕੋਲ ਮਲਟੀ ਕੁਐਸਚਨਸ ਅਰਾਈਜ਼ ਹੁੰਦੇ ਨੇ, ਉਹਨਾਂ ਕੁਐਸਚਨਸ ਨੂੰ ਸੋਲਵ ਕਰਨ ਲਈ ਅਸੀਂ ਕਿ ਆਈਡੀਆ ਸਾਨੂੰ ਕਿ ਪਲੈਨਿੰਗ ਤੋਂ ਪ੍ਰਮੋਟ ਹੋ ਸਕਦੇ ਨੇ। ਨੈਕਸਟ ਕੀ ਹੈ, ਕਹਿੰਦੇ ਪਲੈਨਿੰਗ ਫੈਸਿਲਿਟੇਟ ਡਿਸੀਜਨ ਮੇਕਿੰਗ। ਦੇਖੋ ਅਗਰ ਪਲਾਨ ਕਰਾਂਗੇ, ਕੁਝ ਅਸੀਂ ਡਿਸਾਈਡ ਕਰਾਂਗੇ ਤਾਂ ਹੀ ਅਸੀਂ ਡਿਸੀਜਨਸ ਲੈ ਸਕਦੇ ਹਾਂ। ਜੇ ਪਲੈਨਿੰਗ ਹੀ ਨਹੀਂ ਕਰਾਂਗੇ, ਸੋਚਾਂਗੇ ਨਾ, ਤਾਂ ਡਿਸੀਜਨ ਹੋ ਹੀ ਨਹੀਂ ਸਕਦਾ। ਤਾਂ ਪਲੈਨਿੰਗ ਕਹਿੰਦੇ ਫੈਸਿਲਿਟੇਟ ਕਰਦੇ ਕਿਹਨੂੰ? ਡਿਸੀਜਨ ਮੇਕਿੰਗ। ਡਿਸੀਜਨ ਮੇਕਿੰਗ ਮਤਲਬ ਜੋ ਚੀਜ਼ ਅਸੀਂ ਅਪਲਾਈ ਕਰਨੀ ਹੈ, ਜਿਹੜੀ ਚੀਜ਼ ਅਪਲਾਈ ਕਰਨੀ ਹੈ ਉਹਦੇ ਲਈ ਕਹਿੰਦੇ ਪਲੈਨਿੰਗ ਕਰਾਂਗੇ ਤਾਂ ਸਾਨੂੰ ਕੀ ਹੈਲਪਫੁਲ ਹੋਏਗੀ। ਐਗਜ਼ਾਮਪਲ ਮੰਨ ਕੇ ਚੱਲੋ, ਕੁਝ ਕੁ ਡਿਸੀਜਨ ਅਸੀਂ ਕੁਇਕ ਲੈ ਲੈਂਦੇ, ਅਗਰ ਪਲੈਨਿੰਗ ਨਹੀਂ ਕਰਦੇ ਨਾ ਤਾਂ ਮੇਬੀ ਹੋ ਸਕਦਾ ਉਹ ਡਿਸੀਜਨ ਸਾਡੇ ਵਧੀਆ ਨਾ ਹੋਣ। ਪਰ ਅਗਰ ਅਸੀਂ ਪਲੈਨਿੰਗ ਨਾ ਕਰਕੇ ਚੱਲਦੇ ਹਾਂ, ਫਿਰ ਸਾਡੇ ਡਿਸੀਜਨਸ ਕਿਤੇ ਨਾ ਕਿਤੇ 100% ਸਾਨੂੰ ਕੀ ਹੈ, ਯੂਟਿਲਿਟੀ ਪ੍ਰੋਵਾਈਡ ਕਰਦੇ ਨੇ। ਇਕਨੋਮਿਕਸ ਵਾਲਾ ਵੀ ਸਾਨੂੰ ਕਿੰਨਾ ਫਾਇਦਾ ਹੋ ਰਿਹਾ। ਨੈਕਸਟ ਕੀ ਪਲੈਨਿੰਗ ਐਸਟੈਬਲਿਸ਼ ਸਟੈਂਡਰਡਸ ਫॉर ਕੰਟਰੋਲਿੰਗ। ਕੰਟਰੋਲਿੰਗ ਦਾ ਮੈਂ ਮੀਨਿੰਗ ਦੱਸ ਚੁੱਕੀ ਹਾਂ। ਜੋ ਅਸੀਂ ਪਲੈਨਿੰਗ ਕੀਤੀ ਹੈ ਉਹਨੂੰ ਚੈੱਕ ਕਰਨਾ ਕਿ ਜੋ ਅਸੀਂ ਸੋਚਿਆ ਕਿ ਸਾਡਾ ਕੰਮ ਐਕਚੁਅਲ ਚ ਉਦਾਂ ਹੋ ਰਿਹਾ, ਜੋ ਪਰਫਾਰਮੈਂਸ ਐਕਚੁਅਲ ਪਰਫਾਰਮੈਂਸ ਨੂੰ ਅਸੀਂ ਕੰਪੇਅਰ ਕਰਦੇ ਹਾਂ ਕਿਸ ਨਾਲ? ਸਾਡੀ ਪਲੈਨਿੰਗ ਨਾਲ। ਅਗਰ ਤਾਂ ਸੇਮ ਹੋ ਰਹੀ ਹੈ, ਮੈਂ ਮੰਨ ਕੇ ਚਲੋ ਹੁਣ ਐਜ਼ ਅ ਸਟੂਡੈਂਟ ਸੋਚਿਆ ਮੈਂ ਕਿ ਮੈਂ ਨਾ 70% ਨਾਲ ਕੀ ਹੈ, ਸੈਟਿਸਫਾਈਡ ਹੈ। ਜੇ ਮੇਰੇ ਕੋਲ 70 ਪਲੱਸ ਮਾਰਕਸ ਆਏ, 80 ਆ ਜਾਏ, 90 ਆ ਜਾਏ, ਕੀ ਮੈਨੂੰ ਆਪਣੇ ਆਪ ਨੂੰ ਦੁਬਾਰਾ ਤੋਂ ਕੰਟਰੋਲ ਕਰਨ ਦੀ ਜ਼ਰੂਰਤ ਹੈ? ਕੀ ਮੈਨੂੰ ਚੇਂਜ ਕਰਨ ਦੀ ਕੁਝ ਵੀ ਜ਼ਰੂਰਤ ਹੈ? ਨਹੀਂ ਜ਼ਰੂਰਤ। ਅਗਰ ਇਹੀ 7 ਮੇਰਾ ਟਾਰਗੇਟ ਸੀ, ਪਰ ਮੈਂ ਕੀ ਸੋਚ ਰਹੀ ਹਾਂ, ਮੈਂ ਸੋਚਿਆ ਕਿ ਨਹੀਂ ਮੇਰੇ ਐਕਚੁਅਲ ਦੇ ਵਿੱਚ ਕਿੰਨੇ 60 ਆਏ, 65 ਆਏ, ਫਿਰ ਮੈਨੂੰ ਲੋੜ ਪਏਗੀ ਯਾਰ ਮੈਂ 70 ਸੋਚੇ ਸੀ ਪਰ ਮੇਰੇ ਕੋਲ ਕਿੰਨੇ ਆ ਰਹੇ ਨੇ, 60 65 ਆ ਰਹੇ ਨੇ, ਹੁਣ ਮੈਨੂੰ ਆਪਣੇ ਆਪ ਨੂੰ ਕੰਟਰੋਲ ਕਰਨਾ ਪਏਗਾ। ਕੰਟਰੋਲ ਮਤਲਬ ਕੁਝ ਨਹੀਂ ਹੁੰਦਾ, ਨਵੀਂ ਪਲੈਨਿੰਗ ਕਰਨੀ, ਪੁਰਾਣੀ ਪਲੈਨਿੰਗ ਨੂੰ ਸੋਚਣਾ, ਦੇਖਣਾ ਕਿੱਥੇ ਸਾਡੇ ਕੀ ਹੈਗੇ ਡੈਵੀਏਸ਼ਨਸ, ਮਤਲਬ ਆਪਾਂ ਕਹਿੰਦੇ ਨਾ ਸਟੈਂਡਰਡ ਡੈਵੀਏਸ਼ਨ, ਕਿੱਥੇ ਚੇਂਜਸ ਆ ਰਹੀਆਂ ਨੇ, ਕਿੱਥੇ ਵੇਰੀਏਸ਼ਨਸ ਆ ਰਹੀਆਂ ਨੇ, ਉਸ ਚੀਜ਼ ਨੂੰ ਅਸੀਂ ਕੰਟਰੋਲ ਕਰਕੇ ਮੇਜ਼ਰ ਕਰਨਾ। ਪਰ ਤਾਂ ਹੀ ਕਰਾਂਗੇ ਅਗਰ ਸਾਡਾ ਰਿਜ਼ਲਟ ਕੀ ਹੈ, ਨੈਗੇਟਿਵ ਆ ਰਿਹਾ ਜਾਂ ਪੋਜ਼ਿਟਿਵ ਨਹੀਂ ਆ ਰਿਹਾ, ਜੋ ਅਸੀਂ ਸੋਚਿਆ ਸੀ ਉਹ ਨਹੀਂ ਆ ਰਿਹਾ। ਪਲੈਨਿੰਗ ਦੇ ਫੀਚਰਸ ਕੀ ਨੇਗੇ? ਪਲੈਨਿੰਗ ਕਾਦੇ ਵਿੱਚ ਹੈਲਪ ਕਰਦਾ ਸਾਨੂੰ? ਜੋ ਅਸੀਂ ਆਬਜੈਕਟ ਸੋਚੇ ਸੀ ਉਹਨਾਂ ਨੂੰ ਅਚੀਵ ਕਰਨ ਚ। ਫੁਲਫਿਲਮੈਂਟ ਆਫ ਦਾ ਆਬਜੈਕਟਿਵ ਵਰਡਿੰਗ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ, ਉਹਦੇ ਵਿੱਚ ਕੁਝ ਰਿਸਟ੍ਰਿਕਸ਼ਨਸ ਨਹੀਂ ਹੈ ਕਿ ਜਿੰਨੀ ਸਿੰਪਲ ਵਰਡਿੰਗ ਲਿਖ ਸਕਦੇ ਹੋ ਲਿਖ ਦਿਓ, ਕੋਈ ਪ੍ਰੋਬਲਮ ਨਹੀਂ। ਕੋਈ ਤੁਹਾਡੇ ਟੀਚਰ ਹੀ ਨਹੀਂ ਕਹੇਗਾ ਕਿ ਇਹਨਾਂ ਨੇ ਜ਼ਿਆਦਾ ਅੱਛੀ ਨਹੀਂ ਲਿਖੀ ਹੈ। ਬਸ ਧਿਆਨ ਰੱਖੋਗੇ ਸਾਡੀ ਥੋੜੀ ਜਿਹੀ ਗ੍ਰਾਮੈਟੀਕਲ ਮਿਸਟੇਕ ਘੱਟ ਹੋਵੇ। ਜਿਵੇਂ ਅਸੀਂ ਬੀਕਾਮ ਐਮਕਾਮ ਕਰਦੇ ਹਾਂ, ਫਾਈਨਲ ਦੇ ਵਿੱਚ ਨਾ ਸਾਡੀ ਗ੍ਰਾਮੈਟੀਕਲ ਮਿਸਟੇਕਸ ਨਹੀਂ ਨਿਕਲਦੀਆਂ, ਪਰ ਸੈਂਸ ਬਣਨੀ ਚਾਹੀਦੀ ਹੈ ਸਾਡੇ ਪੁਆਇੰਟਸ ਦੇ। ਪਹਿਲੀ ਚੀਜ਼ ਕੀ ਹੋ ਰਿਹਾ, ਕਹਿੰਦੇ ਜੋ ਆਬਜੈਕਟਿਵਸ ਨੇ ਉਹਨਾਂ ਨੂੰ ਅਚੀਵ ਕਰਨ ਦੇ ਵਿੱਚ ਹੈਲਪ ਕਰਦਾ। ਹੁਣ ਮੈਂ ਇੱਥੇ ਕੀ ਕਰ ਸਕਦੀ ਹਾਂ, ਈਵਨ ਐਕਸਪਲੇਨ ਕਰ ਸਕਦੀ ਹਾਂ ਪੇਪਰ ਦੇ ਵਿੱਚ ਕਿੱਦਾਂ ਕਿੱਦਾਂ ਦੇ ਆਬਜੈਕਟਿਵ ਹੋ ਸਕਦੇ। ਮੇਬੀ ਮੈਂ ਇਕੱਲਾ ਪ੍ਰੋਫਿਟਸ ਅਰਨ ਕਰਨਾ ਚਾਹੁੰਦੀ ਹੋਵਾਂ, ਮੈਂ ਕਿਹਾ ਸੋਸ਼ਲ ਵੈਲਫੇਅਰ ਕਰਨਾ ਚਾਹੁੰਦੀ ਹੋਵਾਂ, ਪੋਸੀਬਲ ਹੋ ਸਕਦਾ ਸੋਸ਼ਲ ਵੈਲਫੇਅਰ। ਉਸ ਤੋਂ ਬਾਅਦ ਮੈਂ ਚਾਹੁੰਦੀ ਹਾਂ ਮੈਂ ਮਾਰਕੀਟ ਸ਼ੇਅਰ ਗ੍ਰੈਬ ਕਰਾਂ। ਮਾਰਕੀਟ ਸ਼ੇਅਰ ਮਤਲਬ ਕੀ ਹੈ ਕਿ ਜ਼ਿਆਦਾ ਕਸਟਮਰਸ ਮੇਰੇ ਕੋਲ ਹੋਣ। ਉਸ ਤੋਂ ਬਾਅਦ ਕੀ ਹੋ ਸਕਦਾ ਹੈਗਾ, ਮੈਂ ਸਰਵਾਈਵ ਕਰਨਾ ਚਾਹੁੰਦੀ ਹਾਂ। ਮੇਰੀ ਆਰਗੇਨਾਈਜੇਸ਼ਨ ਮੈਂ ਨਵੀਂ ਆਈ ਸੀ, ਮੈਨੂੰ ਪਤਾ ਸੀ ਮਾਰਕੀਟ ਵਿੱਚ ਕੰਪੀਟੀਟਰਸ ਜ਼ਿਆਦਾ ਨੇ, ਮੇਰੇ ਗੁੱਡਸ ਪ੍ਰੋਡਕਟਸ ਵਿਕਣੇ ਨਹੀਂ। ਮੈਂ ਤਾਂ ਕਰਕੇ ਨਹੀਂ ਕਹੂੰਗੀ ਮੈਨੂੰ ਪ੍ਰੋਫਿਟਸ ਹੋਣ, ਮੈਂ ਕਹੂੰਗੀ ਐਟਲੀਸਟ ਮੇਰੇ ਕਸਟਮਰਸ ਤਾਂ ਬਣਨ ਨਾ, ਤਾਂ ਸਰਵਾਈਵਲ ਹੋ ਸਕਦਾ। ਇਹਨਾਂ ਚ ਜੋ ਆਰਗੇਨਾਈਜੇਸ਼ਨ ਦੇ ਆਬਜੈਕਟਿਵ ਹੋਣਗੇ ਨਾ, ਪਲੈਨਿੰਗ ਉਹਨਾਂ ਨੂੰ ਕੀ ਕਰੇਗਾ, ਹੈਲਪ ਕਰੇਗਾ ਅਚੀਵ ਕਰਨ ਦੇ। ਨੈਕਸਟ ਕੀ ਪਲੈਨਿੰਗ ਪ੍ਰਾਇਮਰੀ ਫੰਕਸ਼ਨ। ਪ੍ਰਾਇਮਰੀ ਫੰਕਸ਼ਨ ਮੀਨਸ ਜੋ ਮੈਨੇਜਮੈਂਟ ਦੀ ਮੈਂ ਪ੍ਰੋਸੈਸ ਕੀਤੀ ਸੀ, ਪਲੈਨਿੰਗ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ, ਕੋਆਰਡੀਨੇਸ਼ਨ ਐਂਡ ਕੰਟਰੋਲਿੰਗ, ਇਹਦੇ ਵਿੱਚ ਸਭ ਤੋਂ ਪਹਿਲਾ ਫੰਕਸ਼ਨ ਹੀ ਕੀ ਹੈ, ਪਲੈਨਿੰਗ। ਈਵਨ ਪਲੈਨਿੰਗ ਫਸਟ ਦੇ ਨਾਲ ਨਾਲ ਹਰ ਜਗ੍ਹਾ ਤੇ, ਆਰਗੇਨਾਈਜੇਸ਼ਨ ਦੇ ਵਿੱਚ ਵੀ ਮੈਨੂੰ ਪਲਾਨ ਕਰਨਾ ਪਏਗਾ, ਸਟਾਫਿੰਗ ਦੇ ਵਿੱਚ ਵੀ ਮੈਨੂੰ ਪਲਾਨ ਕਰਨਾ ਪਏਗਾ, ਡਾਇਰੈਕਟਿੰਗ। ਸਟਾਫਿੰਗ ਦੇ ਵਿੱਚ ਦੇਖੋ ਮੈਂ ਕੀ ਪਲਾਨ ਕਰੂੰਗੀ ਕਿ ਮੈਂ ਕਿੱਦਣ ਇੰਟਰਵਿਊ ਲੈਣੀ ਹੈ, ਕੀ ਇੰਟਰਵਿਊ ਦੇ ਵਿੱਚ ਪੁੱਛਣਾ ਹੈ, ਕੌਣ ਇੰਟਰਵਿਊ ਕੰਡਕਟ ਕਰੇਗਾ, ਕਿੰਨੇ ਪਰਸਨਸ ਰੱਖਣੇ। ਤਾਂ ਪਲੈਨਿੰਗ ਹਰ ਪੁਆਇੰਟ ਦੇ ਵਿੱਚ ਪਲੈਨਿੰਗ ਇਨਕਲੂਡਡ ਹੁੰਦੀ ਹੈ। ਡਾਇਰੈਕਸ਼ਨ ਦੇ ਵਿੱਚ ਵੀ ਮੈਂ ਪਹਿਲਾਂ ਹੀ ਸੋਚ ਰਹੀ ਹਾਂ ਕਿ ਕੱਲ ਮੈਂ ਆਪਣੇ ਵਰਕਰਸ ਨੂੰ ਕੀ ਕੰਮ ਦੇਣਾ, ਕਿਵੇਂ ਕੰਮ ਦੇਣਾ, ਕੌਣ ਕੰਮ ਕਰੇਗਾ, ਕਿੰਨੇ ਵਜੇ ਆਣਗੇ, ਕਿੰਨੇ ਵਜੇ ਜਾਣਗੇ। ਕੰਟਰੋਲਿੰਗ ਦੇ ਵਿੱਚ, ਕੋਆਰਡੀਨੇਸ਼ਨ ਦੇ ਵਿੱਚ ਕੀ ਹੈ, ਮੈਂ ਕਿਹੜੇ ਕਿਹੜੇ ਡਿਪਾਰਟਮੈਂਟ ਨੂੰ ਕੋਆਰਡੀਨੇਸ਼ਨ ਦੀ ਜ਼ਰੂਰਤ ਹੈ, ਕਿਵੇਂ ਕਿਵੇਂ ਉਹ ਕੀ ਆਪਸ ਵਿੱਚ ਕਮਿਊਨੀਕੇਟ ਕਰਨਗੇ, ਗੱਲਬਾਤ ਕਰਨਗੇ, ਕਿਵੇਂ ਰਿਸੋਰਸਿਸ ਇੱਕ ਦੂਜੇ ਨੂੰ ਟ੍ਰਾਂਸਫਰ ਕਰਨਗੇ। ਤਾਂ ਪਲੈਨਿੰਗ ਹਰ ਸਟੈਪ ਦੇ ਵਿੱਚ ਇਨਵੋਲਵ ਹੁੰਦੀ ਹੈ। ਅੱਗੇ ਨੈਕਸਟ ਹੈ ਪਲੈਨਿੰਗ ਇਜ਼ ਪਰਵੇਸਿਵ। ਪਰਵੇਸਿਵ ਮਤਲਬ ਹੁੰਦਾ ਆਲ ਲੈਵਲਸ।
ਤੁਸੀਂ ਇੱਥੇ ਜੇ pervasive word ਨਹੀਂ ਕਿਸੇ ਨੂੰ learn ਰਹਿ ਰਿਹਾ ਤਾਂ simple ਲਿਖ ਸਕਦੇ ਹੋ planning is applicable on all levels। ਤਾਂ all levels मतलब कि यूनिवर्सल इन नेचर है। प्लानिंग चाहे देखो साडे कोल परचेज डिपार्टमेंट है, सेल्स डिपार्टमेंट है, ऑडिटिंग ने, मार्केटिंग, कोई भी ਅਸੀਂ एक्टिविटी कर रहे हैं, कोई डिपार्टमेंट है, हर जगह ते सानू प्लानिंग ਦੀ ਜ਼ਰੂਰਤ ਪਏਗੀ। ਜੋ ਮੈਂ ਉੱਤੇ ਹੁਣੇ ਐਕਸਪਲੇਨ ਕਰਕੇ ਹਟੀ ਵੀ ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ, ਕੋਆਰਡੀਨੇਸ਼ਨ ਦੇ ਵਿੱਚ ਲੋੜ। ਪਲਾਨਿੰਗ ਇਜ਼ ਕੰਟੀਨਿਊਸ ਪ੍ਰੋਸੈਸ, ਕੰਟੀਨਿਊਸ। ਇਹਦੇ ਵਿੱਚ ਜਿੰਨੇ ਵੀ ਮੈਨੇਜਮੈਂਟ ਦੇ ਸਾਡੇ ਕੋਲ ਫੰਕਸ਼ਨਸ ਨੇ ਨਾ, ਹਰ ਦੇ ਫੀਚਰਸ ਆਲਮੋਸਟ ਸੇਮ ਹੈ, ਹਰ ਦੇ। ਜਿੱਥੇ ਪਲਾਨਿੰਗ ਕਰ ਰਹੇ ਨੈਕਸਟ ਅਗਰ ਅਸੀਂ ਆਰਗੇਨਾਈਜ਼ਿੰਗ ਕਰਨ ਤਾਂ ਆਰਗੇਨਾਈਜ਼ਿੰਗ ਲਿਖ ਦੋ, ਸਟਾਫਿੰਗ ਕਰ ਰਹੇ ਹਾਂ ਸਟਾਫਿੰਗ ਲਿਖ ਦੋ। ਕਹਿੰਦੇ ਪਲਾਨਿੰਗ ਨਾ ਕੰਟੀਨਿਊਸ ਪ੍ਰੋਸੈਸ ਹੈ। ਕਹਿੰਦੇ ਪਲਾਨਿੰਗ ਇਹ ਨਹੀਂ ਹੈ ਅਸੀਂ ਸਿਰਫ ਇੱਕ ਵਾਰ ਕੀਤੀ ਸਾਨੂੰ ਕਰਨ ਦੀ ਜ਼ਰੂਰਤ ਨਹੀਂ ਹੈ, ਸਾਨੂੰ ਡੇਲੀ ਬੇਸਿਸ ਤੇ ਪਲਾਨ ਕਰਨਾ ਪੈਣਗੇ। ਕਈ ਵਾਰ ਅਸੀਂ ਕੀ ਸ਼ਾਰਟ ਟਰਮ ਪਲਾਨ ਕਰਦੇ ਹਾਂ, ਕਈ ਵਾਰ ਅਸੀਂ ਕੀ ਕਰਦੇ ਹਾਂ ਲੌਂਗ ਟਰਮ। ਸ਼ਾਰਟ ਟਰਮ ਮਤਲਬ ਡੇਲੀ ਬੇਸਿਸ ਤੇ ਅਗਰ ਮੈਂ ਐਜ਼ ਅ ਟੀਚਰ ਹੈ, ਮੈਂ ਡੇਲੀ ਪਲਾਨ ਕਰੂੰਗੀ ਕਿ ਮੈਂ ਅੱਜ ਸਟੂਡੈਂਟਸ ਨੂੰ ਕੀ ਪੜ੍ਹਾਉਣਾ, ਕਿੰਨੇ ਵਜੇ ਪੜ੍ਹਾਉਣਾ, ਕੌਣ ਸਟੂਡੈਂਟ ਕਿੰਨੇ ਵਜੇ ਆ ਰਿਹਾ, ਕਿੱਦਣ ਮੈਂ ਟੈਸਟ ਕੰਡਕਟ ਕਰ ਰਹੀ ਹਾਂ, ਉਹ ਡੇਲੀ ਬੇਸਿਸ ਹੋ ਗਏ। ਲੌਂਗ ਟਰਮ ਦੇ ਵਿੱਚ ਮੈਂ ਕੀ ਸੋਚੂੰਗੀ ਕਿ ਮੈਂ ਫੁੱਲ ਸਿਲੇਬਸ ਕਿੰਨੇ ਮੰਥ ਦੇ ਵਿੱਚ ਕਰਾਉਣਾ, 2 ਮੰਥ, 3 ਮੰਥ, 4 ਮੰਥ, ਇੱਕ ਵਾਰ ਸਿਲੇਬਸ ਕਰਾ ਕੇ ਟੈਸਟ ਸੀਰੀਜ਼ ਰੱਖਣੀਆਂ। ਤਾਂ ਪਲਾਨਿੰਗ ਕੰਟੀਨਿਊਟੀ ਦੇ ਵਿੱਚ ਹੀ ਚਲੇਗੀ, ਕਦੇ ਪਲਾਨਿੰਗ ਕੀ ਸਾਡੀ ਸਟਾਪ ਨਹੀਂ ਹੁੰਦੀ। ਨੈਕਸਟ ਕੀ ਪਲਾਨਿੰਗ ਇਜ਼ ਫਿਊਚਰਿਸਟਿਕ। ਫਿਊਚਰਿਸਟਿਕ ਜੋ ਫਿਊਚਰ ਬਾਰੇ ਸੋਚਦੇ ਆ, ਮਤਲਬ ਲੁਕਿੰਗ ਅਹੈਡ, ਅੱਗੇ ਦੇਖੇਗੀ। ਪਲਾਨਿੰਗ ਕਦੇ ਵੀ ਦੇਖੋ ਜਦੋਂ ਅਸੀਂ ਪਲਾਨ ਕਰਦੇ ਨਾ, ਅਸੀਂ ਡਾਟਾ ਪਾਸਟ ਡਾਟਾ ਯੂਜ਼ ਕਰਦੇ ਆ, ਪਰ ਕਿਸ ਲਈ ਕਰਦੇ ਆ, ਫਿਊਚਰ ਲਈ। ਕਦੇ ਇਹ ਨਹੀਂ ਹੋਏਗਾ ਕਿ ਮੈਂ ਪਾਸਟ ਟਾਈਮ ਦੇ ਵਿੱਚ ਜਾ ਕੇ ਟਾਈਮ ਮਸ਼ੀਨ ਲੈਤੀ, ਪਾਸਟ ਵਿੱਚ ਗਈ ਤਾਂ ਮੈਂ ਪਾਸਟ ਦੀ ਪਲਾਨਿੰਗ ਕਰੀ। ਨਹੀਂ, ਪਾਸਟ ਦੀ ਪਲਾਨਿੰਗ ਪੋਸੀਬਲ ਨਹੀਂ ਹੈ, ਪਰ ਪਾਸਟ ਦੀ ਹੈਲਪ ਨਾਲ ਮੈਂ ਫਿਊਚਰ ਪਲਾਨ ਕਰ ਸਕਦੇ ਹਾਂ। ਨੈਕਸਟ ਕੀ ਹੈ, ਪਲਾਨਿੰਗ ਇਨਵੋਲਵਸ ਦ ਡਿਸੀਜਨ ਮੇਕਿੰਗ। ਅਗਰ ਅਸੀਂ ਪਲਾਨ ਕਰਾਂਗੇ ਤਾਂ ਪਲਾਨ ਦੇ ਬੇਸਿਸ ਤੇ ਹੀ ਅਸੀਂ ਕੁਛ ਨਾ ਕੁਛ ਐਕਟੀਵਿਟੀਜ਼ ਨੂੰ ਡਿਸਾਈਡ ਕਰ ਸਕਦੇ ਹਾਂ। ਨੈਕਸਟ ਟੌਪਿਕ ਇਜ਼ ਲਿਮਿਟੇਸ਼ਨਸ। ਲਿਮਿਟੇਸ਼ਨ ਦੇ ਵਿੱਚ ਕੀ ਹੈ, ਜਿਹੜੇ ਕਹਿੰਦੇ ਪਲਾਨਿੰਗ ਹੈ ਸਮ ਟਾਈਮ ਨਾ ਕੀ ਹੈ ਰਿਜਿਡਿਟੀ ਰਹਿੰਦੀ ਉਹਦੇ ਵਿੱਚ। ਮਤਲਬ ਕੀ ਹੈ ਅਸੀਂ ਫਿਕਸ ਹੋ ਜਾਂਦੇ ਹਾਂ ਕਿ ਅਸੀਂ ਇਹੀ ਚੀਜ਼ ਕੀ ਹੈ ਕਰਨੀ ਹੈ। ਅਗਰ ਅਸੀਂ ਫਿਕਸ ਹੋ ਰਹੇ ਹਾਂ ਤਾਂ ਕਹਿੰਦੇ ਸਾਨੂੰ ਪ੍ਰੋਬਲਮਸ ਆ ਜਾਂਦੇ, ਕਿਉਂਕਿ ਬਿਜ਼ਨਸ ਜਿਵੇਂ ਅਸੀਂ ਕਿਹਾ ਸੀ, ਬਿਜ਼ਨਸ ਕਹਿ ਲਓ ਚਾਹੇ ਜੋ ਸਾਡਾ ਕੀ ਹੈ ਇਨਵਾਇਰਮੈਂਟ ਹੈ, ਉਹ ਕੀ ਹੈ ਡਾਇਨਾਮਿਕ ਇਨ ਨੇਚਰ ਹੈ। ਡਾਇਨਾਮਿਕ ਮੀਨਸ ਜੋ ਬਾਰ-ਬਾਰ ਚੇਂਜ ਹੁੰਦਾ ਹੈ, ਜੋ ਸਾਡਾ ਕੀ ਹੈ ਸੇਮ ਨਹੀਂ ਰਹਿੰਦਾ। ਅਗਰ ਸੇਮ ਨਹੀਂ ਰਹਿਣਾ ਨਾ ਤਾਂ ਪਲਾਨਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਅਗਰ ਅਸੀਂ ਇੱਕ ਵਾਰ ਕੁਝ ਪਲਾਨ ਕਰ ਲਿਆ, ਕੁਝ ਚੇਂਜਸ ਕਰਨੇ ਆ, ਸਾਨੂੰ ਫਿਰ ਤੋਂ ਪਲਾਨਸ ਕਰਨੇ ਪੈਂਦੇ ਨੇ। ਫਿਰ ਉਹਦੇ ਵਿੱਚ ਕੁਝ ਚੇਂਜਸ ਕਰਨੇ ਆ, ਸਾਡੀ ਇਹ ਵਾਲੀ ਕੋਸਟ ਕੀ ਵੇਸਟ ਗਈ, ਕਿਉਂਕਿ ਇਹ ਤੇ ਮੇਰਾ ਖਰਚਾ ਹੋਏਗਾ। ਮੈਂ ਮੀਟਿੰਗ ਕੀਤੀ ਹੋ, ਕਿਸੇ ਪਰਸਨ ਨੂੰ ਬੁਲਾਇਆ ਹੋਏਗਾ, ਐਕਸਪਰਟਸ ਬੁਲਾਏ ਹੋਣੇ, ਮੈਂ ਫੋਨ ਕਰਕੇ ਕਿਸੇ ਤੋਂ ਪੁੱਛਿਆ ਹੋਏਗਾ ਮਸ਼ੀਨ ਕਿੰਨੇ ਦੇ ਇੰਸਟਾਲ, ਸਭ ਕੁਝ ਤਾਂ ਕੋਸਟਿੰਗ ਦਾ ਪਏਗੀ, ਉਹ ਕੋਸਟ ਵੇਸਟ ਗਈ। ਫਿਰ ਮੈਨੂੰ ਨਏ ਪਲਾਨਸ ਕਰਨੇ ਪੈਣੇ। ਅਗਰ ਚੇਂਜਸ ਆ ਰਹੇ ਨਾ, ਟਾਈਮ ਕੰਜ਼ਿਊਮਿੰਗ ਹੋ ਜਾਂਦਾ, ਪਲੱਸ ਸਾਨੂੰ ਚੇਂਜ ਕਰਨੇ ਕੇ ਡਿਫਿਕਲਟ ਨੇ। ਨੈਕਸਟ ਕੀ ਹੈ, ਕਹਿੰਦੇ ਅਗਰ ਪਲਾਨਿੰਗ ਜੋ ਇਨਵਾਇਰਮੈਂਟ ਡਾਇਨਾਮਿਕ ਇਨ ਨੇਚਰ, ਡਾਇਨਾਮਿਕ ਮਤਲਬ ਜੋ ਬਾਰ-ਬਾਰ ਕੀ ਹੋ ਰਿਹਾ ਚੇਂਜ ਹੋ ਰਿਹਾ, ਜੋ ਇਨਵਾਇਰਮੈਂਟ ਜ਼ਿਆਦਾ ਚੇਂਜਸ ਦੇ ਵਿੱਚ ਹੋ ਰਿਹਾ ਉੱਥੇ ਪਲਾਨਿੰਗ ਕਹਿੰਦੇ ਜ਼ਿਆਦਾ ਵਰਕ ਨਹੀਂ ਕਰਦੇ। ਪਲਾਨਿੰਗ ਰਿਡਿਊਸ ਕ੍ਰੀਏਟੀਵਿਟੀ। ਕ੍ਰੀਏਟੀਵਿਟੀ ਮਤਲਬ ਕੀ ਹੈ, ਅਗਰ ਸਪੋਜ਼ ਮੰਨ ਕੇ ਚੱਲੋ ਫਰੈਸ਼ਰਸ ਪਾਰਟੀ ਹੋਈ ਸੀ, ਫਰੈਸ਼ਰਸ ਪਾਰਟੀ ਦੇ ਵਿੱਚ ਇੰਚਾਰਜ ਹੀ ਡਿਸਾਈਡ ਕਰ ਲੈਂਦਾ ਕਿ ਕੌਣ ਸਟੂਡੈਂਟ ਕੀ ਪਰਫਾਰਮ ਕਰੇਗਾ। ਅਗਰ ਇੰਚਾਰਜ ਕਹਿੰਦਾ ਕਿ ਸਿਰਫ ਅਸੀਂ ਕੀ ਹੈ ਸਿੰਗ ਕਰਨਾ ਹੈ, ਜਾਂ ਸਿਰਫ ਅਸੀਂ ਡਾਂਸ ਕਰਨਾ ਹੈ, ਜਾਂ ਅਸੀਂ ਕੀ ਕਹਿ ਰਹੇ ਹਾਂ ਸਿਰਫ ਅਸੀਂ ਕਲਚਰਲ ਐਕਟੀਵਿਟੀਜ਼ ਕਰਨੀਆਂ, ਤਾਂ ਕਹਿੰਦੇ ਜੋ ਕ੍ਰੀਏਟੀਵਿਟੀ ਹੈ, ਇਨੋਵੇਟਿਵ ਆਈਡੀਆਜ਼ ਨੇ, ਉਹਨੂੰ ਅਸੀਂ ਕੀ ਕਰ ਦਿੰਦੇ ਰਿਡਿਊਸ ਕਰ ਦਿੰਦੇ, ਕਿਉਂਕਿ ਮੈਨੇਜਰ ਪਹਿਲਾਂ ਹੀ ਡਿਸਾਈਡ ਕਰ ਲੈਂਦਾ ਕਿ ਅਸੀਂ ਕਿਵੇਂ ਤੇ ਕਿੱਦਾਂ ਕਿਸ ਤੋਂ ਕੀ ਕੰਮ ਕਰਵਾਉਣਾ। ਪਲੈਨਿੰਗ ਇਨਵੋਲਵਸ ਹਿਊਜ ਕੋਸਟ, ਸੇਮ ਦੱਸ ਚੁੱਕੀ ਹਾਂ। ਐਕਚੁਅਲ ਦੇ ਵਿੱਚ ਰੀਅਲ ਲਾਈਫ ਵਿੱਚ ਛੋਟੇ ਬਿਜ਼ਨਸਮੈਨ ਨੂੰ ਇੰਨੀ ਲੋੜ ਨਹੀਂ ਪੈਂਦੀ, ਪਰ ਅਗਰ ਅਸੀਂ ਇੱਕ ਹਾਇਰ ਲੈਵਲ ਤੇ ਬਿਜ਼ਨਸ ਕਰ ਰਹੇ ਹਾਂ, ਅਗਰ ਮੰਨ ਕੇ ਚਲੋ ਹੁਣ ਟਾਟਾ ਨੇ ਨਵਾਂ ਪ੍ਰੋਜੈਕਟ ਲੈ ਕੇ ਆਣਾ, ਤਾਂ ਉਹ ਕੀ ਕਰੇਗਾ ਐਕਸਪਰਟਸ ਹਾਇਰ ਕਰੇਗਾ। ਉਹਦੀ ਮੀਟਿੰਗ ਦੇ ਵਿੱਚ ਕੌਣ ਹੋਣਗੇ, ਲਾਇਰਸ ਹੋਣਗੇ, ਉਹਦੇ ਕੋਲ ਹੋਰ ਕੌਣ ਹੋਏਗਾ, ਸੀਏ ਹੋਣਗੇ, ਉਹਦੇ ਕੋਲ ਸੀਐਸ ਹੋਏਗਾ, ਉਹਦੇ ਕੋਲ ਮਲਟੀ ਪਰਸਨਸ ਹੋਣਗੇ ਜੋ ਉਹਨੂੰ ਕੀ ਹੈਗੇ ਮੀਟਿੰਗ ਦੇ ਵਿੱਚ ਆਣਗੇ। ਤੇ ਹਰ ਪਰਸਨ ਮੀਟਿੰਗ ਦੇ ਕਿੰਨੇ ਰੁਪਏ ਚਾਰਜ ਕਰ ਰਹੇ ਨੇ, ਮੰਨ ਕੇ ਚਲੋ 20,000 ਰੁਪਏ ਚਾਰਜ ਕਰ ਰਿਹਾ। ਅਗਰ ਮੈਂ 15 ਜਾਣੇ ਵੀ ਬੁਲਾਏ ਨੇ, ਮੈਨੂੰ 3 ਲੱਖ ਕੋਸਟ ਸਿਰਫ ਮੀਟਿੰਗ ਦੀ ਪੈ ਗਈ। ਪਤਾ ਨਹੀਂ ਉਹਦੇ ਵਿੱਚ ਪਲਾਨਸ ਕੁਛ ਆਣਗੇ, ਕੁਛ ਅਸੈਪਟ ਕਰੂੰਗੇ ਨਹੀਂ ਕਰੂੰਗੇ। ਸਪੋਜ਼ ਅਗਰ ਮੈਨੂੰ ਹੀ ਕੋਈ ਚੰਡੀਗੜ੍ਹ ਬੁਲਾਵੇ ਮੀਟਿੰਗ ਲਈ ਕਿਸੇ ਚੀਜ਼ ਦੀ, ਤਾਂ ਮੈਂ ਕੀ ਕਹੂੰਗੀ ਐਟਲੀਸਟ ਤੁਸੀਂ ਮੈਨੂੰ ਆਉਣ ਜਾਣ ਦਾ ਖਰਚਾ ਪੇ ਕਰੋ। ਤਾਂ ਕਹਿੰਦਾ ਹਿਊਜ ਕੋਸਟ ਸਾਡੀ ਕਿ ਜਾਂ ਮੈਂ ਅਗਰ ਮੇਰਾ ਟਾਈਮ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਮੇਰੇ ਕੋਲ ਨਹੀਂ ਟਾਈਮ ਤਾਂ ਮੈਂ ਉਹਨਾਂ ਤੋਂ ਕੀ ਚਾਰਜ ਕਰ ਸਕਦੀ ਹੈਗੀ। ਰੀਅਲ ਦੇ ਵਿੱਚ ਇਹ ਪੋਸੀਬਲ ਹੈ ਕਿ ਇੱਕ ਮੀਟਿੰਗ ਦੇ ਸਮ ਟਾਈਮ ਕੁਝ ਲੋਕ ਕੀ ਆ 50,000 ਹਜ਼ਾਰ ਤੱਕ, 1 ਲੱਖ ਤੱਕ ਵੀ ਚਾਰਜ ਕਰਦੇ ਨੇ। ਤਾਂ ਡਿਪੈਂਡ ਔਨ ਦਾ ਆਰਗੇਨਾਈਜੇਸ਼ਨ। ਅਗਰ ਲਾਰਜ ਆਰਗੇਨਾਈਜੇਸ਼ਨ ਹੈ, ਲਾਰਜ ਪ੍ਰੋਜੈਕਟ ਹੈ, ਉਹਨਾਂ ਦੀ ਕੋਸਟ ਵੀ ਕੀ ਹੋਏਗੀ, ਹਾਇਰ ਹੋਏਗੀ। ਪਲੈਨਿੰਗ ਇਜ਼ ਅ ਟਾਈਮ ਕੰਜ਼ਿਊਮਿੰਗ। ਇਹ ਨਹੀਂ ਸਾਨੂੰ ਪਤਾ ਜੋ ਅਸੀਂ ਪਲਾਨ ਕੀਤਾ ਉਹ ਐਕਚੁਅਲ ਚ ਅਪਲਾਈ ਹੋਏਗਾ ਵੀ ਕਿ ਨਹੀਂ। ਅਗਰ ਨਹੀਂ ਅਪਲਾਈ ਹੋ ਰਿਹਾ ਤਾਂ ਜੋ ਸਾਡੇ ਪਲੈਨਿੰਗ ਸੀ ਉਹ ਕੀ ਹੋਗਾ ਟਾਈਮ ਕੰਜ਼ਿਊਮਿੰਗ। ਟਾਈਮ ਵੇਸਟੇਜ ਵੀ ਲਿਖ ਸਕਦੇ ਹਾਂ ਅਸੀਂ ਇੱਥੇ। ਟਾਈਮ ਕੰਜ਼ਿਊਮਿੰਗ ਮਤਲਬ ਲੈਂਥੀ ਪ੍ਰੋਸੈਸ ਹੈ।
ਨੈਕਸਟ क्या है प्लानिंग डज नॉट गारंटी सक्सेस ओए जो चीज मैं हुणे बोल रही थी कि सानू नहीं पता अगर प्लान अप्लाई होएगा नहीं होएगा सक्सेस ਦੀ ਕੋਈ ਵੀ ਗਾਰੰਟੀ ਨਹੀਂ ਹੈ ਡਿਪੈਂਡ ਕਰਦਾ ਸਾਡੇ ਫਿਊਚਰ ਕੋਰਸ ਆਫ ਐਕਸ਼ਨ ਤੇ ਕਿ ਫਿਊਚਰ ਦੇ ਵਿੱਚ ਸਿਚੁਏਸ਼ਨਸ ਕਿਹੋ ਜਿਹੀਆਂ ਨੇ এনवायरमेंट ਦੇ ਵਿੱਚ ਚੇਂਜ ਆ ਰਹੇ ਨਹੀਂ मोस्ट इंपोर्टेंट टॉपिक है चैप्टर द प्लानिंग प्रोसेस जो अपनी यूनिट हुण ने सिलेबस के अकॉर्डिंग है ना पेपर दे विच फाइनली मेरे तो लिख के ले लो कि सानू प्लानिंग प्रोसेस आएगा ही आएगा 100% आएगा कुछ ऑप्शन ही नहीं है क्योंकि ਇਹਦੇ ਵਿੱਚ ਇਹੀ ਬੰਦਾ ਜਾਂ ਸਾਡੇ ਕੋਲ ਪਲੈਨਿੰਗ ਦੇ ਟਾਈਪਸ ਮੇਨ ਟੌਪਿਕ ਬਣਦਾ ਪਹਿਲਾ ਕੀ ਹੈ ਦੇਖੋ ਹੁਣ ਜੇ ਅਸੀਂ ਪਲੈਨਿੰਗ ਕਰਨੀ ਹੈ ਨਾ ਸਿੰਪਲੀ ਵਰਬਲੀ ਖੁਦ ਸੋਚ ਕੇ ਦੇਖੋ ਕਹਿੰਦੇ ਇੱਕ ਆਰਗੇਨਾਈਜੇਸ਼ਨ ਮਤਲਬ ਬਿਜ਼ਨਸ ਆਰਗੇਨਾਈਜੇਸ਼ਨ ਪੁਆਇੰਟ ਆਫ ਵਿਊ ਸੋਚੋ ਇੱਕ ਬਿਜ਼ਨਸ ਨੇ ਜਦੋਂ ਕੰਮ ਕਰਨਾ ਹੈ ਅਗਰ ਮੈਂ ਕੋਈ ਨया ਬਿਜ਼ਨਸ ਸਟਾਰਟ ਕਰਨਾ ਸਭ ਤੋਂ ਪਹਿਲਾਂ ਮੈਂ ਇਹ ਸੋਚੂ ਮੈਂ ਬਿਜ਼ਨਸ ਕਰ ਕਿਉਂ ਰਹੀ ਹਾਂ ਜੇ ਮੇਰੇ ਕੋਲ ਇਹਦਾ ਆਨਸਰ ਨਹੀਂ ਹੋਏਗਾ ਕਿਉਂ ਕਰ ਰਹੀ ਹਾਂ ਮੈਂ ਅਗਰ ਪੜ੍ਹਾ ਰਹੀ ਹਾਂ ਟੀਚ ਕਰ ਰਹੀ ਹਾਂ ਮੈਂ ਕਿਉਂ ਟੀਚ ਕਰੂੰਗੀ ਸ਼ਾਇਦ ਮੇਬੀ ਮੈਂ ਕੀ ਕਰਨੀ ਹੈ ਅਰਨਿੰਗ ਕਰਨੀ ਹੈ ਪ੍ਰੋਫਿਟਸ ਚਾਹਨੀ ਹੈ ਮੈਂ ਆਪਣੇ ਬਿਜ਼ਨਸ ਤੋਂ हो सकता है मैं सोशल वेलफेयर कर रही हाँ अगेन वही वाले जो मैं स्टार्टिंग दे ऑब्जेक्ट एक्सप्लेन किया सोशल वेलफेयर कर रही हैं हो सकता है मैं चाहनी हूं कि मेरा हर एक थां ते मैनू फेम मिले मेरी मार्केटिंग होवे तां भी मैं पढ़ा सकती हूं तो डिपेंड करदा ना कहंदे पहले तुसीं अपने ऑर्गेनाइजेशन दे ऑब्जेक्टिव्स देखो तुसीं करना की चाहते हो क्यों करना चाहते हो तुसीं एक प्लानिंग कर रहे हो तुसीं काम स्टार्ट कर रहे हो क्यों काम स्टार्ट करना चाह रहे हो अगर प्लानिंग ऑब्जेक्टिव विच ना दो चीज़ां हो सकदियां अगर तो असीं नया बिजनेस स्टार्ट कर रहे हैं न्यू बिजनेस कर रहे हैं तो असीं स्टार्टिंग तो ही करांगे भी असीं बिजनेस की स्टार्ट करना क्यों करना ਉਹ ਤਰੀਕੇ ਨਾਲ ਅਗਰ ਅਸੀਂ ਕੀ ਐਗਜ਼ਿਸਟਿੰਗ ਬਿਜ਼ਨਸ ਦੇ ਵਿੱਚ ਕਰ ਰਹੇ ਹਾਂ ਪਲੈਨਿੰਗ ਤਾਂ ਡਿਪੈਂਡ ਕਰਦਾ ਅਸੀਂ ਕੀ ਸਿਚੁਏਸ਼ਨ ਲਈ ਪਲੈਨਿੰਗ ਕਰ ਰਹੇ ਹਾਂ ਇਹ ਤੁਸੀਂ ਪੁਆਇੰਟਸ ਇੱਦਾਂ ਐਕਸਪਲੇਨ ਕਰ ਸਕਦੇ ਹੋ ਕੋਈ ਇਹ ਕੋਈ ਏਦਾਂ ਨਹੀਂ ਹੁੰਦਾ ਕਿ ਫਿਕਸ ਨਹੀਂ ਹੁੰਦੇ ਸੀ ਇਹੀ ਚੀਜ਼ਾਂ ਲਿਖਣੀਆਂ ਤੁਸੀਂ ਲਿਖ ਸਕਦੇ ਹੋ ਅਗਰ ਨया ਬਿਜ਼ਨਸ ਅਸੀਂ ਕਰ ਰਹੇ ਹਾਂ ਤਾਂ ਸਾਡੇ ਇਨੀਸ਼ੀਅਲ ਸਟੇਜ ਇਹੀ ਹੋਏਗਾ ਕਿ ਅਸੀਂ ਬਿਜ਼ਨਸ ਕਿਉਂ ਕਰ ਰਹੇ ਹਾਂ ਪ੍ਰੋਫਿਟ ਅਰਨਿੰਗ ਲਈ ਕਰ ਰਹੇ ਹਾਂ ਸੋਸ਼ਲ ਵੈਲਫੇਅਰ ਲਈ ਕਰ ਰਹੇ ਹਾਂਗੇ मार्केट शेयर लिए कर रहे हैं सर्वाइवल लिए कर रहे हैं अगर एग्जिस्टिंग है तो डिपेंड्स ऑन द सिचुएशन कंडीशंस ਅਸੀਂ ਪਲੈਨਿੰਗ ਸਟਾਰਟ ਕਿਉਂ ਕੀਤੀ ਹੈ ਕਹਿੰਦੇ ਪਲੈਨਿੰਗ ਦੇ ਵਿੱਚ ਆਬਜੈਕਟਸ ਅਸੀਂ ਦੇਖੋ ਕਿਉਂ ਇਹਨਾਂ ਨੇ ਕਿਵੇਂ ਲਿਖਿਆ ਕਹਿੰਦੇ in planning function manager begin with the setting up of the objective because all the policies and procedures methods are framed for achieving objects only ਅਸੀਂ ਬਾਕੀ ਚੀਜ਼ਾਂ ਬਾਅਦ ਚ ਕਰਾਂਗੇ ਨਾ ਅਸੀਂ ਸਟਾਫਿੰਗ ਹੈ ਡਾਇਰੈਕਟਿੰਗ ਹੈ ਕੰਟਰੋਲਿੰਗ ਕੋਆਰਡੀਨੇਸ਼ਨ ਸਭ ਕੁਝ ਬਾਅਦ ਦੇ ਵਿੱਚ ਹੀ ਪਰਫਾਰਮ ਹੋਏਗਾ ਅਗਰ ਅਸੀਂ ਪਲਾਨ ਦੇ ਆਬਜੈਕਟ ਸੈੱਟ ਕਰਾਂਗੇ ਨੈਕਸਟ ਕੀ ਹੈ ਡਿਵੈਲਪਿੰਗ ਪਰਮਿਸਿਸ ਕੀ ਹੁੰਦਾ ਸੀ ਇੱਕ ਬਾਉਂਡਰੀਜ਼ ਸੈੱਟ ਕਰਨੀਆਂ ਹੁਣ ਇੱਥੇ ਨਾ ਡਿਪੈਂਡ ਕਰਦਾ ਕੁਝ ਬੁੱਕਸ ਇਹਨੂੰ ਦੋ ਟਾਈਪ ਦੇ ਵਿੱਚ ਲਿਖ ਦਿੰਦੇ ਇੰਟਰਨਲ ਪਰਮਿਸਿਸ ਐਕਸਟਰਨਲ ਪਰਮਿਸਿਸ ਹੁੰਦੀਆਂ ਜਿਵੇਂ ਗਵਰਨਮੈਂਟ ਦੀ ਪਾਲਿਸੀਜ਼ ਅਗਰ ਮੰਨ ਕੇ ਚੱਲੋ ਸਪੋਜ਼ ਸ਼ਰਾਬ ਦੇ ਠੇਕੇ ਨੇ ਉਹਨਾਂ ਲਈ ਆਪਣੇ ਲਾਇਸੈਂਸ ਹੋਣੇ ਜੇ ਅਸੀਂ ਕੁਝ ਕੀ ਹੈ ਬਿਜ਼ਨਸ ਇਦਾਂ ਦਾ ਕਰਨਾ ਜਿੱਥੇ ਸਾਨੂੰ ਗਵਰਨਮੈਂਟ ਦਾ ਲਾਇਸੈਂਸ ਲੈਣਾ ਪਏਗਾ ਤਾਂ ਸਾਨੂੰ ਕੀ ਹੈ ਉਦਾਂ ਦੀ ਪਲੈਨਿੰਗ ਕਰਨੀ ਪਏਗੀ ਪਰਮਿਸਿਸ ਅਗਰ ਗਵਰਨਮੈਂਟ ਕੁਝ ਏਰੀਆ ਦੇ ਵਿੱਚ ਰਿਸਟ੍ਰਿਕਸ਼ਨਸ ਲਗਾ ਦਿੰਦੇ ਵੀ ਤੁਸੀਂ ਇਹ ਵਾਲਾ ਕੰਮ ਕਰਨਾ ਹੀ ਨਹੀਂ ਹੈ ਤਾਂ ਉਹ ਕੀ ਹੋ ਗਿਆ ਐਕਸਟਰਨਲ ਪਰਮਿਸਿਸ ਹੋ ਗਏ ਅਗਰ ਮੰਨ ਕੇ ਚੱਲੋ ਮੈਂ ਇੱਕ ਮਾਰਕੀਟ ਦੇ ਵਿੱਚ ਸੋਚਿਆ ਬਠਿੰਡਾ ਦੇ ਵਿੱਚ ਅਗਰ ਕਿਸੇ ਚੀਜ਼ ਦੀਆਂ ਪਹਿਲਾਂ ਹੀ 100 ਸ਼ਾਪਸ ਨੇ ਤਾਂ ਮੈਨੂੰ ਕੋਈ ਨਵੀਂ ਉਹੀ ਸ਼ਾਪ ਸੇਮ ਓਪਨ ਕਰਨ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਮੇਰੇ ਪ੍ਰੋਡਕਟ ਨਹੀਂ ਸੇਲ ਹੋਣਗੇ ਆਲਰੇਡੀ ਉਸ ਚੀਜ਼ ਦੇ 100 ਸੈਲਰਸ ਨੇ ਤਾਂ ਕਹਿੰਦੇ ਪਰਮਿਸਿਸ ਦੇਖੋ ਇੰਟਰਨਲੀ ਪਰਮਿਸਿਸ ਦੇਖ ਸਕਦੇ ਐਕਸਟਰਨਲੀ ਇੰਟਰਨਲੀ ਕਿਹੜੇ ਹੋਣਗੇ ਸਾਡਾ ਕੋਈ ਪੁਰਾਣਾ ਸਾਡੀ ਫਰਮ ਸੀ ओल्ड मतलब ਅਸੀਂ ਕੋਈ ਪੁਰਾਣਾ ਬਿਜ਼ਨਸ ਕਰ ਰਹੇ ਹਾਂ ਸਾਡੇ ਕੋਲ ਕੋਈ ਪੁਰਾਣੇ ਕਸਟਮਰਸ ਹੈ ਅਸੀਂ ਕਿੰਨੀ ਸੇਲ ਕਰ ਸਕਦੇ ਮੇਰੇ ਕੋਲ ਐਗਜ਼ਿਸਟਿੰਗ ਮਸ਼ੀਨਸ ਕਿੰਨੀਆਂ ਨੇ ਜੇ ਮੇਰੇ ਕੋਲ ਮਸ਼ੀਨ 4 ਨੇ ਮੇਰੀ ਕਪੈਸਿਟੀ ਕਿੰਨੀ ਹੈ ਪ੍ਰੋਡਿਊਸ ਕਰਨ ਦੀ ਮੈਂ 1000 ਪ੍ਰੋਡਕਟ ਬਣਾ ਸਕਦੀ ਹਾਂ ਮੈਂ 2000 ਪ੍ਰੋਡਕਟ ਬਣਾ ਸਕਦੀ ਹਾਂ ਪਹਿਲਾਂ ਮੈਂ ਆਪਣਾ ਦੇਖੋ ਮੇਰਾ ਦਾਇਰਾ ਮੇਰੀਆਂ ਬਾਉਂਡਰੀਜ਼ ਕਿੰਨੀਆਂ ਨੇ ਜਿੰਨੀਆਂ ਮੇਰੀਆਂ ਬਾਉਂਡਰੀਜ਼ ਹੋਣਗੀਆਂ ਉਸੇ ਤੇ ਅਕੋਰਡਿੰਗ ਹੀ ਮੈਂ ਅੱਗੇ ਪਲਾਨ ਕਰਨਾ ਪਸੰਦ ਕਰੂ ਅਗਰ ਮੈਨੂੰ ਪਤਾ ਮੇਰੇ ਕੋਲ 10 ਮਸ਼ੀਨਸ ਨੇ 10 ਮਸ਼ੀਨ ਦੇ ਵਿੱਚ ਨਾ ਹਜੇ ਮੈਂ ਫਿਲਹਾਲ 4 ਮਸ਼ੀਨਸ ਯੂਜ਼ ਕਰ ਰਹੀ ਹਾਂ ਬਾਕੀ मेरे मशीन्स फ्री पईयां ने 6 मशीन्स मेरे कोल की पईयां बिल्कुल फ्री पईयां ने मैं हुण इत्थे प्लानिंग कर सकदी हां भी मेरे कोल के 6 मशीन्स ने मे बी 6 नाल सर सकदा मे बी मैं नवीं की है बाय कर सकदी हां नेक्स्ट की है आइडेंटिफाइंग alternative course of actions alternative course of action ਦਾ ਮਤਲਬ ਹੁੰਦਾ ਹੈ ਕਦੇ ਵੀ ਕਹਿੰਦੇ ਪਲੈਨਿੰਗ ਲਈ ਨਾ ਇੱਕ ਤੁਸੀਂ ਬੈਕਅਪ ਪਲਾਨ ਬਣਾ ਕੇ ਚਲੋ ਇਹ ਨਹੀਂ ਹੈ ਕਿ ਮੈਂ ਪਹਿਲੀ ਵਾਰ ਚ ਪਹਿਲੀ ਜੋ ਮੈਂ ਡਿਸਾਈਡ ਕੀਤਾ ਪਲੈਨਿੰਗ ਉਹੀ ਸੈੱਟ ਕਰ ਲੂ ਮੈਂ ਮੰਨ ਕੇ ਚਲੋ ਮੇਰਾ ਬਿਜ਼ਨਸ ਕਰਨ ਦਾ ਮੂਡ ਸੀ ਮੈਂ ਕਿਸ ਤੋਂ ਪੁੱਛਿਆ ਮੈਂ ਕੀ ਕਰਾਂ ਉਹ ਕਹਿੰਦਾ ਐਂਕਰ ਆਈਸਕ੍ਰੀਮ ਦੀ ਸ਼ਾਪ ਓਪਨ ਕਰ ਲਾ ਜੇ ਆਈਸਕ੍ਰੀਮ ਦੀ ਓਪਨ ਕਰੇ ਇੱਕ ਮਾਈਂਡ ਦੇ ਵਿੱਚ ਮੈਂ ਹੋਰ ਇੱਕ ਪਲਾਨ ਰੱਖੂੰਗੀ ਕਿ ਅਗਰ ਮੈਂ 5 ਲੱਖ ਰੁਪਏ ਲਗਾਣੇ ਨੇ ਸਿਰਫ ਇਹ ਤਾਂ ਨਹੀਂ ਕਿ ਕਿਸੇ ਨੇ ਕਿ ਆਈਸਕ੍ਰੀਮ ਕਰ ਲਾ ਬੈਨੀਫਿਟ ਹੈ ਮੈਂ ਲਗਾ ਦੂੰਗੀ ਮੇ ਬੀ ਮੈਨੂੰ ਕੀ ਅਗਰ ਮੈਂ ਸ਼ੂ ਦੀ ਸ਼ਾਪ ਓਪਨ ਕਰਾਂ ਸ਼ੂਜ਼ ਦੀ ਤਾਂ ਮੈਨੂੰ ਉੱਥੇ ਬੈਨੀਫਿਟ ਹੋਏਗਾ ਕਿ ਨਹੀਂ ਹੋਏਗਾ ਡਿਪੈਂਡ ਕਰਦਾ ਹੈਗਾ ਵੀ ਅਸੀਂ ਕਿੱਦਾਂ ਕੰਮ ਕਰ ਰਹੇ ਜੇ ਮੈਨੂੰ ਲੱਗਦਾ ਕਿ ਮੈਂ ਕਿਉਂ ਨਾ ਕਲੋਥ ਦੀ ਸ਼ਾਪ ਖੋਲਾਂ ਤਾਂ ਉੱਥੇ ਬੈਨੀਫਿਟ ਮੈਂ
ਕਹਿੰਦੇ ਆਇਡੈਂਟੀਫਾਈਂਗ ਆਲਟਰਨੇਟਿਵ ਕੋਰਸ ਆਫ ਐਕਸ਼ਨ ਮੀਨਸ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹ ਤਾਂ ਓਕੇ ਹੈ, ਪਰ ਉਹਦੇ ਨਾਲ ਉਹਨੇ ਸੇਮ ਜੋ ਰਿਸੋਰਸਿਸ ਨੇ, ਚਾਹੇ ਸਾਡੇ ਕੋਲ ਕੈਪੀਟਲ ਦੀ ਫਾਰਮ ਦੇ ਵਿੱਚ ਹੈ, ਚਾਹੇ ਕਿਸੇ ਵੀ ਫਾਰਮ ਦੇ ਵਿੱਚ ਜਿੰਨੇ ਰਿਸੋਰਸਿਸ ਨੇ, ਚਾਹੇ ਫਿਕਸਡ ਐਸੈਟਸ ਨੇ ਲਾਈਕ ਮਸ਼ੀਨਰੀ ਹੈ ਮੇਰੇ ਕੋਲ ਆਲਰੇਡੀ, ਕੁਝ ਬਿਲਡਿੰਗ ਪਿਆ, ਪਲਾਂਟ ਮਸ਼ੀਨਰੀ ਪਿਆ, ਐਗਜ਼ਿਸਟਿੰਗ ਰਿਸੋਰਸਿਸ ਦੇ ਵਿੱਚ ਦੇਖੋ ਅਸੀਂ ਹੋਰ ਕੀ ਕੁਝ ਪਰਫਾਰਮ ਕਰ ਸਕਦੇ ਹਾਂ। ਦੈਨ ਉਹਨਾਂ ਨੂੰ ਕੀ ਕਰੋ, ਨੰਬਰਿੰਗ ਦੋ, ਨੰਬਰਿੰਗ ਦੋ, ਰੈਂਕ ਇਵੈਲੂਏਸ਼ਨ ਮਤਲਬ ਹੁੰਦਾ ਰੈਂਕਿੰਗ ਪ੍ਰੋਵਾਈਡ ਕਰੋ ਕਿ ਇਹਦੇ ਵਿੱਚ ਕੀ ਕੀ ਫਾਇਦਾ ਹੋ ਸਕਦਾ ਹੈ। ਰੈਂਕਿੰਗ ਦੇ ਦੇਖੋ ਅਲੱਗ-ਅਲੱਗ ਤਰੀਕੇ ਹੁੰਦੇ ਨੇ। ਮੈਂ ਅਗਰ ਕੋਸਟ ਦੀ ਗੱਲ ਕਰਾਂ, ਆਈਸਕ੍ਰੀਮ ਮੈਂ ਕਿੰਨੀ ਕੋਸਟ ਪੈ ਰਹੀ ਹੈ, ਜੇ ਮੈਂ ਸ਼ੂਜ਼ ਦੀ ਫੈਕਟਰੀ ਲਗਾ ਰਹੀ ਕਿੰਨੀ ਪੈ ਰਹੀ, ਕਲੋਥਸ ਦੀ ਫੈਕਟਰੀ ਲਗਾ ਰਹੀ ਕਿੰਨੀ ਪੈ ਰਹੀ, ਕਿੰਨੇ ਪ੍ਰੋਫਿਟਸ ਹੋਣਗੇ, ਕਿੰਨੇ ਕਸਟਮਰਸ ਹੋਣਗੇ। ਮੈਂ ਸੋਚਿਆ ਆਈਸਕ੍ਰੀਮ ਤਾਂ ਕੱਲੀ ਕਦੋਂ ਸੇਲ ਹੋ ਰਹੀ ਹੈ, ਮੇਰੀ ਸਮਰਸ ਦੇ ਵਿੱਚ, ਪਰ ਸ਼ੂਜ਼ ਕੀ ਹੋ ਰਹੇ ਨੇ ਮੇਰੇ ਕੋਲ ਪੂਰਾ ਸਾਲ ਹੋ ਰਹੇ ਨੇ, ਕਲੋਥਸ ਵੀ ਪੂਰਾ ਸਾਲ ਹੋ ਰਿਹਾ। ਫਿਰ ਮੈਂ ਸੋਚਿਆ ਅਗਰ ਕਲੋਥ ਤੇ ਸ਼ੂਜ਼ ਫੁੱਲ ਈਅਰ ਹੋ ਰਹੇ ਨੇ, ਮੈਂ ਉਸ ਦੇ ਅਕੋਰਡਿੰਗ ਇਹਨਾਂ ਨੂੰ ਕਿ ਮਾਰਕਸ ਦੇ ਦੋ 1 2 3 ਨੰਬਰ, ਪਰ ਕਲੋਥ ਦੇ ਵਿੱਚ ਕੀ ਹੈ, ਸਮਰਸ ਦੇ ਵਿੱਚ ਅਲੱਗ ਹੁੰਦੇ ਨੇ, ਵਿੰਟਰਸ ਦੇ ਵਿੱਚ ਅਲੱਗ ਹੁੰਦੇ ਨੇ। ਫਿਰ ਮੈਨੂੰ ਇੱਥੇ ਪ੍ਰੋਬਲਮ ਆਏਗੀ ਕਿ ਵਿੰਟਰ ਦੇ ਵਿੱਚ ਮੈਨੂੰ ਅਲੱਗ ਬਣਾਉਣੇ ਪੈਣੇ, ਸਮਰ ਦੇ ਵਿੱਚ ਅਲੱਗ ਬਣਾਉਣੇ ਪੈਣੇ। ਫਿਰ ਮੇਰੇ ਕੋਲ ਪ੍ਰੋਬਲਮ ਆ ਰਹੀ ਹੈ ਇੱਥੇ, ਸਪੋਜ਼ ਕਿ ਮੈਂ ਮੈਨ ਲਈ ਬਣਾ ਰਹੀ ਹਾਂ ਕਿ ਫੀਮੇਲ, ਮਤਲਬ ਮੇਲ ਔਰ ਫੀਮੇਲ ਕੀ ਚੂਜ਼ ਕਰ ਰਹੀ ਹੈ, ਤਾਂ ਉਹਨਾਂ ਬੇਸਿਸ ਤੇ ਮੈਂ ਕੀ ਕਰ ਰਹੀ ਹੈਗੀ, ਨੰਬਰਿੰਗ ਦਊਂਗੀ। ਇੱਥੇ ਕਲੋਥ ਦੇ ਵਿੱਚ ਮੈਨੂੰ 2 ਕੰਪੇਅਰ ਕਰਨੇ ਪੈਣਗੇ, ਮੇਲ ਤੇ ਫੀਮੇਲ, ਪਰ ਆਈਸਕ੍ਰੀਮ ਲਈ ਥੋੜੀ ਨਾ ਮੈਨੂੰ ਕੰਪੇਅਰ ਕਰਨਾ ਪਏਗਾ ਕਿ ਮੈਂ ਮੇਲ ਆਈਸਕ੍ਰੀਮ ਬਾਈ ਕਰਨਾ ਹੈਗਾ ਕਿ ਫੀਮੇਲ। ਨੰਬਰਿੰਗ ਤੋਂ ਬਾਅਦ ਕਿੰਨੇ ਕਸਟਮਰਸ ਹੋ ਸਕਦੇ ਤੁਹਾਡੇ ਏਰੀਆ ਦੇ ਵਿੱਚ, ਕਿੰਨੇ ਕਸਟਮਰ ਤੁਹਾਨੂੰ ਵਿਜ਼ਿਟ ਕਰ ਸਕਦੇ, ਕਿੰਨੀਆਂ ਹੋਰ ਸ਼ਾਪਸ ਨੇ। ਆਈਸਕ੍ਰੀਮ ਦੇ ਮੇ ਵੀ 50 ਸ਼ਾਪਸ ਹੋਣ, ਸ਼ੂਜ਼ ਦੀ ਇੱਕ ਹੈ, ਕੱਪੜੇ ਵਾਲੀ ਜੋ ਦੁਕਾਨਾਂ ਨੇ ਉਹ 4 ਨੇ, ਤਾਂ ਪੋਸੀਬਿਲਿਟੀ ਹੋ ਸਕਦੀ ਹੈ ਕਿ ਮੈਂ ਸ਼ੂਜ਼ ਦੀ ਫੈਕਟਰੀ ਲਗਾਵਾਂ, ਆਲਰੇਡੀ ਇੱਕ ਹੈ। ਨੰਬਰਿੰਗ ਦੇਣ ਤੋਂ ਬਾਅਦ ਕਹਿੰਦੇ ਸਿਲੈਕਟ ਕਰੋ ਆਲਟਰਨੇਟਿਵ, ਕਹਿੰਦੇ ਜੋ ਤੁਹਾਨੂੰ ਬੈਸਟ ਆਲਟਰਨੇਟਿਵ ਲੱਗਦਾ ਹੈ ਉਹਨੂੰ ਕੀ ਕਰੋ, ਸਿਲੈਕਟ ਕਰੋ। ਬੈਸਟ ਮਤਲਬ ਕੀ ਹੈ, ਇਹਦੀ ਰੈਂਕਿੰਗ ਦੇ ਬੇਸਿਸ ਜੋ ਤੁਹਾਨੂੰ ਸੁਟੇਬਲ ਲੱਗਦਾ ਤੁਹਾਡੇ ਏਰੀਆ ਵਾਈਜ਼, ਤੁਹਾਡੇ ਕੈਪੀਟਲ ਵਾਈਜ਼, ਤੁਹਾਡੇ ਫਿਕਸਡ ਐਸੈਟ ਵਾਈਜ਼, ਜਿੱਥੋਂ ਤੁਹਾਨੂੰ ਬੈਨੀਫਿਟਸ ਜ਼ਿਆਦਾ ਹੋ ਸਕਦਾ ਹੈ, ਤੁਹਾਡੀ ਕਸਟਮਰ ਕਵਰੇਜ ਜ਼ਿਆਦਾ ਹੋ ਸਕਦੀ ਹੈ। ਪਰ ਡਿਪੈਂਡਸ ਅਗੇਨ, ਫਰਸਟ ਡਿਪੈਂਡਸ ਔਨ ਦਾ ਸੈਟਿੰਗ ਆਬਜੈਕਟ, ਜੋ ਅਸੀਂ ਆਬਜੈਕਟ ਕੀਤੇ ਨੇ, ਆਬਜੈਕਟ ਨੂੰ ਮਾਈਂਡ ਦੇ ਵਿੱਚ ਰੱਖ ਕੇ ਹੀ ਅਸੀਂ ਦੇਖ ਸਕਦੇ ਹਾਂ ਵੀ ਸਾਡੀ ਕਿਹੜੀ ਅਸੀਂ ਆਲਟਰਨੇਟਿਵ ਨੂੰ ਸਿਲੈਕਟ ਕਰਨਾ। ਸਿਲੈਕਟ ਕਰਨ ਤੋਂ ਬਾਅਦ ਕੀ ਕਰੋ, ਉਸਨੂੰ ਇੰਪਲੀਮੈਂਟ ਕਰ ਦਿਓ। ਇੰਪਲੀਮੈਂਟ ਸਿੰਪਲੀ ਮੀਨਸ ਕੀ ਹੈ, ਅਪਲਾਈ ਕਰ ਦਿਓ। ਜੋ ਚੀਜ਼ ਅਸੀਂ ਸੋਚ ਲਈ ਸੀ, ਸਿਲੈਕਟ ਕਰ ਹੀ ਲਈ, ਮੈਂ ਡਿਸਾਈਡ ਕਰ ਹੀ ਲਿਆ ਬਈ ਮੈਂ ਲਾਸਟ ਤੇ ਮੈਂ ਸੋਚਿਆ ਕਿ ਮੈਂ ਸ਼ੂ ਫੈਕਟਰੀ ਹੀ ਓਪਨ ਕਰੂੰਗੀ। ਅਗਰ ਮੈਂ ਸ਼ੂ ਫੈਕਟਰੀ ਓਪਨ ਕਰ ਰਹੀ ਹਾਂ ਤੇ ਇਸ ਨੂੰ ਮੈਂ ਕੀ ਕਰੂੰ, ਅਪਲਾਈ ਕਰੂੰ। ਅਪਲਾਈ ਤੋਂ ਬਾਅਦ ਲਾਸਟ ਇੰਪੋਰਟੈਂਟ ਪੁਆਇੰਟ ਹੈ, ਇਸ ਪੁਆਇੰਟ ਨੂੰ ਬੱਚੇ ਭੁੱਲ ਜਾਂਦੇ ਨੇ, ਫੋਲੋ ਅਪ ਐਕਸ਼ਨ। ਫੋਲੋ ਅਪ ਐਕਸ਼ਨ ਮਤਲਬ ਹੁੰਦਾ ਹੈ ਜੋ ਚੀਜ਼ ਮੈਂ ਅਪਲਾਈ ਕਰਤੀ ਉਸ ਨੂੰ ਮੈਂ ਟਾਈਮਲੀ ਕੰਪੇਅਰ ਕਰੂੰਗੀ ਕਿਹਦੇ ਨਾਲ, ਆਪਣੇ ਪਲਾਨਸ ਨਾਲ, ਪਲੈਨਿੰਗ ਨਾਲ ਕੰਪੇਅਰ ਕਰਕੇ ਦੇਖੂੰਗੀ ਜੋ ਮੇਰੇ ਸਭ ਤੋਂ, ਕਿ ਜੋ ਮੇਰੇ ਆਬਜੈਕਟ ਸੀ ਕਿ ਇਹੀ ਜੋ ਮੈਂ ਫੈਕਟਰੀ ਓਪਨ ਕੀਤੀ ਮੇਰੇ ਪਲਾਨਸ ਨੂੰ ਫੁੱਲਫਿਲ ਕਰ ਰਹੀ ਹੈ, ਮੇਰੇ ਆਬਜੈਕਟ ਜੋ ਮੈਂ ਸੋਚੇ ਸੀ ਕਿ ਇਹਨਾਂ ਨੂੰ ਫੁੱਲਫਿਲ ਕਰ ਰਹੀ ਹੈ। ਫੋਲੋ ਅਪ ਐਕਸ਼ਨਸ ਮਤਲਬ ਇਹ ਹੁੰਦਾ ਕਿ ਅਗਰ ਮੈਨੂੰ ਜ਼ਰੂਰਤ ਪਏਗਾ ਮੈਂ ਐਕਸਟਰਾ ਐਕਸ਼ਨਸ ਵੀ ਲੈ ਸਕਦੀ ਹਾਂ, ਕੁਝ ਚੇਂजेस ਕਰਨ ਦੀ ਲੋੜ ਪੈਗੀ ਚੇਂਜ ਵੀ ਕਰ ਸਕਦੇ ਹੋ। ਦੇਖੋ ਦਾ ਮੈਨੇਜਰ ਮੋਨੀਟਰ ਦਾ ਪਲਾਨ ਉਹ ਕਰੇਗਾ ਕੇਅਰਫੁਲੀ ਵਾਈਲ ਇਟ ਇਜ਼ ਇੰਪਲੀਮੈਂਟਡ, ਕਿ ਜਦੋਂ ਅਸੀਂ ਅਪਲਾਈ ਕਰ ਰਹੇ ਕਿ ਜੋ ਮੈਂ ਪਲਾਨ ਸੇ ਅਪਲਾਈ ਕਰ ਰਹੀ ਹਾਂ ਉਹ ਐਕਚੁਅਲ ਚ ਪਰਫਾਰਮ ਕਰ ਰਹੇ ਹੈ ਕਿ ਨਹੀਂ। ਅਗੇ ਅੱਜ ਤੱਕ ਕੁਝ ਡਾਊਟ ਪੁੱਛਣਾ ਪੁੱਛੋ ਪਹਿਲਾਂ। ਹੈ ਕਿਸੇ ਦਾ ਕੋਈ नहीं डाउट तो कोई नहीं। आगे करवा दा भी। हाँ करवा दो। ਸਾਡੇ ਕੋਲ ਟਾਈਪਸ ਆਫ ਪਲਾਨ, ਅਗੇਨ ਜੋ ਟਾਈਪਸ ਆਫ ਪਲਾਨ ਹੈ ਨਾ ਉਹ ਡਿਪੈਂਡ ਕਰਦਾ, ਬੁੱਕ ਟੂ ਬੁੱਕ ਵੇਰੀ ਕਰਦਾ। ਤੁਸੀਂ ਦੇਖੋ ਪਤਾ ਕੀ ਹੈ, ਅਗਰ ਅਸੀਂ ਐਮਐਸਟੀ ਦੀ ਗੱਲ ਕਰੀਏ ਤਾਂ ਉੱਥੇ ਮੇ ਵੀ ਥੋੜਾ ਬਹੁਤ ਚੱਕਰ ਪੈ ਸਕਦਾ ਵੀ ਟੀਚਰ ਕਹੇਗਾ ਮੈਂ ਇਹੀ ਕਰਵਾਇਆ ਸੀ, ਇਹੀ ਬੁੱਕ ਫੋਲੋ ਕਰਿਆ, ਪਰ ਫਾਈਨਲ ਦੇ ਵਿੱਚ ਕੋਈ ਚੱਕਰ ਨਹੀਂ ਪੈ ਸਕਦਾ ਕਿਉਂਕਿ ਫਾਈਨਲ ਦੇ ਵਿੱਚ ਸਾਡੇ ਐਗਜ਼ਾਮਸ ਕਿਤੇ ਮਰਜ਼ੀ ਚੈੱਕ ਹੋ ਸਕਦੇ ਨੇ। ਤਾਂ ਹਰ ਕਾਲਜ, ਹਰ ਯੂਨੀਵਰਸਿਟੀ ਆਪਣੇ ਆਪਣੇ ਬੁੱਕਸ ਮਤਲਬ ਰਿਕਮੈਂਡ ਕਰਦੇ ਨੇ। ਤੇ ਐਮਬੀਏ ਦੇ ਵਿੱਚ ਜਾਂ ਅਸੀਂ ਐਮਕॉम ਜਦੋਂ ਵੀ ਅਸੀਂ ਮਾਸਟਰਸ ਦੇ ਵਿੱਚ ਹੁੰਦੇ ਉੱਥੇ ਕੁਝ ਇੰਨਾ ਨਹੀਂ ਸੀਨ ਹੁੰਦਾ ਕਿ ਅਸੀਂ ਐਜ਼ ਅ ਡਿਟੋ ਬੁੱਕ ਅਕੋਰਡਿੰਗ ਕਰਨਾ। ਫਰਸਟਲੀ ਮੇਜਰ ਪਲਾਨਸ ਕੀ ਹੁੰਦੇ ਨੇਗੇ, ਪਲਾਨਸ ਦਾ ਮੀਨਿੰਗ ਕੀ ਕਹਿੰਦੇ, ਦੇਖੋ ਜੋ ਅਸੀਂ ਸਪੈਸੀਫਿਕ ਐਕਸ਼ਨਸ ਕੀ ਕਰ ਰਹੇ ਹਾਂ, ਲੈ ਰਹੇ ਹਾਂ, ਪਰਫਾਰਮ ਕਰ ਰਹੇ ਹਾਂ, ਕਾਦੇ ਲਈ, ਜੋ ਸਾਡੇ ਆਰਗੇਨਾਈਜੇਸ਼ਨ ਦੇ ਆਬਜੈਕਟਿਵਸ ਹੈ ਉਹਨੂੰ ਅਚੀਵ ਕਰ ਸਕੀਏ। ਪੂਰੀ ਮੈਨੇਜਮੈਂਟ ਸਾਡੀ ਇਸੇ ਚੀਜ਼ ਤੇ ਚੱਲਦੀ ਹੈ ਕਿ ਅਸੀਂ ਆਪਣੇ ਆਰਗੇਨਾਈਜੇਸ਼ਨ ਦੇ ਆਬਜੈਕਟਿਵਸ ਨੂੰ ਕੀ ਕਰਨਾ, ਅਚੀਵ ਕਰਨਾ। ਸਿਰਫ ਇੱਕੋ ਹੀ ਚੀਜ਼ ਹੈ, ਕਿਵੇਂ ਕਰ ਰਹੇ ਹਾਂ ਬਸ ਉਹਦੇ ਪ੍ਰੋਸੈਸ ਨੇ ਵੀ ਅਸੀਂ ਕਿਵੇਂ ਕਿਵੇਂ ਪਰਫਾਰਮ ਕਰ ਰਹੇ ਹਾਂ। ਪਹਿਲਾ ਚੀਜ਼ ਤੇ ਸਿੰਗਲ ਯੂਜ਼ ਪਲਾਨ। ਸਿੰਗਲ ਯੂਜ਼ ਪਲਾਨ ਦਾ ਮਤਲਬ ਕੀ ਹੈ ਕਿ ਜੋ ਅਸੀਂ ਇੱਕ ਵਾਰੀ ਪਰਫਾਰਮ ਕਰੇ। ਇੱਕ ਵਾਰ ਪਰਫਾਰਮ ਕਰਨ ਦਾ ਮਤਲਬ ਕਹਿੰਦੇ ਨਾ ਕੁਛ ਏਦਾਂ ਦੀ ਕੋਈ ਚੀਜ਼ ਆ ਗਈ, ਐਮਰਜੈਂਸੀ ਆ ਗਈ ਮੈਨੂੰ ਕੋਈ, ਕਹਿੰਦਾ ਹੁਣ ਜਿਵੇਂ ਦੇਖੋ ਮੋਦੀ ਨੇ ਜੀਐਸਟੀ ਲਿਆਇਆ, ਰੋਜ਼ ਰੋਜ਼ ਤਾਂ ਨਹੀਂ ਮੋਦੀ ਚੇਂਜ ਕਰਦਾ ਵੀ ਉਹਨੇ ਅੱਜ ਜੀਐਸਟੀ ਚੇਂਜ ਕਰਤਾ, ਕੱਲ ਉਹ ਫਿਰ ਤੂੰ ਵੈਟ ਟੈਕਸ ਲਿਆਇਆ, ਫਿਰ ਉਹਨੇ ਚੇਂਜ ਕਰਤਾ, ਫਿਰ ਉਹ ਕਹਿੰਦਾ ਇਨਕਮ ਟੈਕਸ ਹੁਣ ਲਗਾਉਣਾ ਨਹੀਂ, ਫਿਰ ਉਹ ਕਵੇ ਲਗਾ ਲਓ। ਇਹ ਚੀਜ਼ ਨਹੀਂ ਹੁੰਦੀ। ਜੋ ਚੀਜ਼ਾਂ ਸਾਨੂੰ ਡੇਲੀ ਡੇਲੀ ਨਹੀਂ ਮਿਲਦੇ, ਨੋਟ ਰੈਪੀਟੇਟਿਵ ਇਨ ਨੇਚਰ ਨੇ, ਜਾਂ ਅਸੀਂ ਕਹਿੰਦੇ
यूनिक सिचुएशंस ਦੇ ਵਿੱਚ ਅਪਲਾਈ ਹੋ ਰਹੀਆਂ ਉਹਨੂੰ ਅਸੀਂ ਕਹਿੰਦੇ ਸਿੰਗਲ ਯੂਜ਼ਡ ਪਲਾਨ ਮਤਲਬ ਕੀ ਹੈ ਜੋ ਅਸੀਂ ਸਿੰਗਲ ਟਾਈਮ ਹੀ ਯੂਜ਼ ਕਰਦੇ ਸਟੈਂਡਰਡ ਪਲਾਨਸ ਕੀ ਹੁੰਦੇ ਨੇ ਸਟੈਂਡਿੰਗ ਮਤਲਬ ਕੀ ਹੁੰਦਾ ਅਸੀਂ ਇੱਕ ਨਾ ਪਹਿਲਾਂ ਹੀ ਪਲਾਨ ਸੋਚ ਕੇ ਰੱਖ ਲਿਆ ਮੈਂ ਕਹਿ ਰਹੀ ਹਾਂ ਜਦੋਂ ਵੀ ਮੇਰਾ ਰੋ ਮਟੀਰੀਅਲ ਖਤਮ ਹੋਏਗਾ ਤਾਂ ਜੋ ਮੇਰਾ ਪਰਚੇਜ਼ ਮੈਨੇਜਰ ਹੈ ਉਹ ਕੀ ਕਰੇਗਾ ਆਰਡਰ ਕਰੇਗਾ ਹੁਣ ਦੇਖੋ ਰੋ ਮਟੀਰੀਅਲ ਦੀ ਪ੍ਰੋਬਲਮ ਕੀ ਹੈ ਮੈਨੂੰ ਹਰ 5ਵੇਂ ਦਿਨ ਆਈ ਜਾਂਦੀ ਸੀ ਬਾਰ-ਬਾਰ ਰਿਪੀਟ ਹੋ ਹੀ ਰਹੀ ਹੈ ਅਗਰ ਰੋ ਮਟੀਰੀਅਲ ਦੀ ਪ੍ਰੋਬਲਮ ਆ ਰਹੀ ਹੈ ਤਾਂ ਮੇਰਾ ਇੱਕੋ ਹੀ ਸੋਲੂਸ਼ਨ ਹੈ ਕਿ ਜੋ ਪਰਚੇਜ਼ ਮੈਨੇਜਰ ਹੈ ਨਾ ਉਹ ਕੀ ਕਰਦੇ ਆਰਡਰ ਕਰਦੇ ਅਗਰ ਮਸ਼ੀਨ ਖਰਾਬ ਹੋਈ ਨੇ ਮੈਂ ਇੱਕ ਰਿਪੇਅਰ ਮੈਨ ਰੱਖ ਲਿਆ ਮੈਂ ਕਿਹਾ ਕਿ ਜਦੋਂ ਮਸ਼ੀਨ ਖਰਾਬ ਹੋਵੇ ਨਾ ਆ ਲੋ ਇਹ ਨੰਬਰ ਲੈ ਲਓ ਕੁਛ ਵੀ ਵਟਐਵਰ ਫੋਨ ਨੰਬਰ ਕਿ ਰਿਪੇਅਰ ਵਾਲੇ ਪਰਸਨ ਨੂੰ ਕਿ ਜਿਹੜਾ ਰਿਪੇਅਰ ਵਰਕਰ ਹੈ ਉਹਨੂੰ ਕੀ ਕਰ ਦੋ ਕਾਲ ਕਰ ਦੋ ਜੋ ਸਾਡੇ ਕੇ ਬਾਰ-ਬਾਰ ਅਕਰ ਹੁੰਦੀਆਂ ਨੇ ਜੋ ਰੈਗੂਲਰਲੀ ਪ੍ਰੋਬਲਮਸ ਆਉਂਦੀਆਂ ਨੇ ਉਹਨਾਂ ਲਈ ਅਸੀਂ ਕੀ ਕਰਦੇ ਹਾਂ ਪਲਾਨ ਕਰਦੇ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਸਟੈਂਡਿੰਗ ਪਲਾਨਸ ਮਤਲਬ ਸਟੈਂਡਰਡ ਪਲਾਨਸ ਇੱਥੇ ਸਟੈਂਡਿੰਗ ਦਾ ਸਟੈਂਡਰਡ ਵਰਡ ਵੀ ਯੂਜ਼ ਹੋ ਸਕਦਾ ਹੈ ਤਾਂ ਸਟੈਂਡਰਡ ਪਲਾਨਸ ਉਸ ਤੋਂ ਬਾਅਦ ਜਿਹੜੇ ਸਾਡੇ ਕੋਲ ਪਲਾਨਸ ਨੇ ਦੇਖੋ यूनिक मतलब ਜਿਹੜੀ ਪ੍ਰੋਬਲਮ ਇੱਕ ਵਾਰ ਆਈ ਹੈ ਡੀਮੋਨੇਟਾਈਜੇਸ਼ਨ ਹੋ ਗਈ ਮੋਦੀ ਨੇ ਨੋਟ ਬੰਦ ਕਰਤੇ ਪ੍ਰੋਬਲਮ ਇੱਕ ਵਾਰ ਆਈ ਜੀਐਸਟੀ ਅਪਲਾਈ ਹੋ ਗਈ ਇੱਕ ਵਾਰ ਸਟਾਰਟਿੰਗ ਦੇ ਵਿੱਚ ਅਸੀਂ ਉਦੋਂ ਹੀ ਪਲਾਨ ਕਰਾਂਗੇ ਸਾਨੂੰ ਬਾਰ-ਬਾਰ ਉਹਨਾਂ ਚੀਜ਼ਾਂ ਦੇ ਪਲਾਨ ਕਰਨ ਦੀ ਲੋੜ ਨਹੀਂ ਪੈਂਦੀ ਨੈਕਸਟ ਦੇਖੋ ਇਹਦੇ ਵਿੱਚ ਨਾ ਮੈਂ ਪਹਿਲਾਂ ਸਿਰਫ ਹਾਈਲਾਈਟਸ ਲਿਖਨੇ ਥੋੜੇ ਜਿਹਾ ਐਕਸਪਲੇਨ ਅੱਗੇ ਕੀਤਾ ਹੈ ਆਬਜੈਕਟਿਵਸ ਕੀ ਹੁੰਦੇ ਨੇ ਸਾਡੇ ਕੋਲ ਕਹਿੰਦੇ ਜੋ ਅਸੀਂ ਚਾਹੁੰਦੇ ਹਾਂ ਐਂਡ ਤੇ ਅਚੀਵ ਕਰਨਾ ਦੇਖੋ ਵਿਚ ਦਾ ਮੈਨੇਜਮੈਂਟ ਸਿਕਸ ਟੂ ਅਚੀਵ ਬਾਈ ਇਟਸ ਆਪਰੇਸ਼ਨਸ ਜੋ ਅਸੀਂ ਕੰਮ ਕਰ ਰਹੇ ਹਾਂ ਉਹ ਤੋਂ ਅਸੀਂ ਕੀ ਅਚੀਵ ਕਰਨਾ ਚਾਹੁੰਦੇ ਹਾਂ ਉਹਨਾਂ ਨੂੰ ਕਹਿੰਦੇ ਅਸੀਂ ਆਬਜੈਕਟਿਵ ਸਟ੍ਰੈਟਜੀ ਦਾ ਮੇਨ ਚੀਜ਼ ਕੀ ਹੁੰਦੀ ਹੈ ਲੌਂਗ ਟਰਮ ਜੋ ਸਟ੍ਰੈਟਜੀ ਅਸੀਂ ਬਣਾਉਂਦੇ ਹਾਂ ਨਾ ਅਸੀਂ ਲੌਂਗ ਟਰਮ ਲਈ ਬਣਾਉਂਦੇ ਕਿ ਅਸੀਂ ਲੌਂਗ ਟਾਈਮ ਆਰਗੇਨਾਈਜੇਸ਼ਨ ਕੀ ਅਚੀਵ ਕਰਨਾ ਚਾਹੁੰਦੀ ਹੈ ਪ੍ਰੋਸੀਜਰਸ ਪਹਿਲਾ ਪ੍ਰੋਸੀਜਰ ਹੁੰਦਾ ਵੀ ਅਸੀਂ ਕਿਵੇਂ ਕੋਈ ਕੰਮ ਪਰਫਾਰਮ ਕਰ ਰਹੇ ਹਾਂ ਜਿਵੇਂ ਦੇਖੋ ਉਹ ਕਹਿ ਰਹੇ ਨੇਗੇ ਕਹਿੰਦੇ ਜੋ ਅਸੀਂ ਸੀਕੁਐਂਸ ਦੇਖ ਰਹੇ ਹਾਂ ਮਤਲਬ ਇੱਕ ਜਿਹੜਾ ਕੰਮ ਪਰਫਾਰਮ ਕਰਨਾ ਵੀ ਅਸੀਂ ਪਹਿਲਾਂ ਕੀ ਕਰਾਂਗੇ ਪਰਚੇਸ ਕਰਾਂਗੇ ਪਰਚੇਸ ਤੋਂ ਬਾਅਦ ਮੈਂ ਕੀ ਕਰੂੰਗੀ ਉਸ ਚੀਜ਼ ਨੂੰ ਪ੍ਰੋਡਿਊਸ ਕਰੂੰਗੀ ਪ੍ਰੋਡਿਊਸ ਕਰਨ ਤੋਂ ਬਾਅਦ ਮੈਂ ਆਫਟਰ ਦੈਟ ਉਸ ਤੋਂ ਬਾਅਦ ਕੀ ਕਰ ਰਹੀ ਹਾਂ ਉਹਨੂੰ ਪੈਕ ਕਰ ਰਹੀ ਹਾਂ ਪੈਕ ਤੋਂ ਬਾਅਦ ਉਹਨੂੰ ਮੈਂ ਕੀ ਕਰ ਰਹੀ ਹਾਂ ਸੇਲ ਕਰ ਰਹੀ ਹਾਂ ਸੇਲ ਤੋਂ ਬਾਅਦ ਮੈਂ ਅਗਰ ਕੋਈ ਆਫਟਰ ਸੇਲ ਸਰਵਿਸ ਦੇਣੀ ਹੈ ਤਾਂ ਇਹ ਦੇਖੋ ਇਹ ਕਿਉਂਕਿ ਇੱਕ ਪ੍ਰੋਸੀਜਰ ਹੋਗਾ ਕਿ ਮੈਂ ਕੋਈ ਕੰਮ ਕਿੱਦਾਂ ਪਰਫਾਰਮ ਕਰਨਾ ਮੈਥਡਸ ਕੀ ਹੁੰਦੇ ਨੇ ਕਿਵੇਂ ਕੰਮ ਕਰਨਾ ਕਿ ਹਾਊ ਟੂ ਪਰਫਾਰਮ ਜਿਹੜਾ ਮੈਂ ਕੰਮ ਕਰ ਰਹੀ ਹਾਂ ਕਿਸ ਵੇ ਨਾਲ ਕਿਸ ਮੈਨਰ ਨਾਲ ਪਰਫਾਰਮ ਕਰੂੰਗਾ ਉਹਨੂੰ ਮੈਂ ਕੀ ਕਹਿੰਦੀ ਹਾਂ ਮੈਥਡਸ ਰੂਲ ਕੀ ਹੁੰਦੇ ਨੇਗੇ ਜੋ ਕੰਮ ਅਸੀਂ ਕਰ ਰਹੇ ਹਾਂ ਉਹਦੇ ਲਈ ਕੁਝ ਰੂਲ ਐਂਡ ਰੈਗੂਲੇਸ਼ਨਸ ਹੈ ਮਤਲਬ ਵਟ ਟੂ ਬੀ ਡਨ ਅਸੀਂ ਕੀ ਕਰਨਾ ਹੈ ਤੇ ਵਟ ਨੋ ਕੀ ਸਾਨੂੰ ਅਲਾਉ ਹੈ ਤੇ ਕੀ ਅਲਾਉ ਨਹੀਂ ਹੈ ਹੁਣ ਮੰਨ ਕੇ ਚੱਲੋ ਪ੍ਰੋਸੀਜਰ ਕੀ ਹੈ ਐਮਐਸਟੀਜ਼ ਦੇਣ ਦਾ ਵੀ ਪਹਿਲਾਂ ਸਾਡੇ ਕੋਲ ਐਮਐਸਟੀ ਹੋਣਗੇ ਸਿੰਗਲ ਟਾਈਮ ਅਕਤੂਬਰ ਚ ਫੇਰ ਹੋਣਗੇ ਨਵੰਬਰ ਚ ਫੇਰ ਹੋਣਗੇ ਫਾਈਨਲਸ ਪਰ ਮੈਥਡ ਕੀ ਉਹ ਕਿਵੇਂ ਲੈ ਰਹੇ ਨੇਗੇ ਕਿੰਨੇ ਮਾਰਕਸ ਤੇ ਲੈ ਰਹੇ ਨੇ ਰੂਲਸ ਕੀ ਹੈ ਤੁਸੀਂ ਕਿਵੇਂ ਆ ਸਕਦੇ ਹੋ ਕਿਵੇਂ ਨਹੀਂ ਦੇ ਸਕਦੇ ਸਿੰਪਲ ਚੀਜ਼ਾਂ ਇਹਨਾਂ ਦੇ ਵਰਡ ਤੇ ਫੋਕਸ ਕਰਿਆ ਕਰੋ ਜਿਹੜੇ ਵਰਡਸ ਨੇ ਨਾ ਇਹੀ ਸਾਡੇ ਕੋਲ ਕੀ ਹੁੰਦੇ ਨੇਗੇ ਬਿਜ਼ਨਸ ਵਿੱਚ ਸੇਮ ਅਪਲਾਈ ਹੋ ਰਹੇ ਨੇ ਜੋ ਪ੍ਰੋਗਰਾਮਸ ਹੁੰਦੇ ਨੇਗੇ ਪ੍ਰੋਗਰਾਮਸ ਨਾ ਅਸੀਂ ਕਿਸੇ ਸਪੈਸੀਫਿਕ ਪ੍ਰੋਜੈਕਟ ਲਈ ਯੂਜ਼ ਕਰਦੇ ਸਿਰਫ ਕੀਵਰਡਸ ਬੋਲ ਰਹੇ ਆ ਪ੍ਰੋਜੈਕਟ ਲਈ ਕੋਈ ਸਪੈਸ਼ਲ ਪ੍ਰੋਜੈਕਟ ਆਇਆ ਉਸ ਲਈ ਮੈਨੂੰ ਕੀ ਕੁਝ ਚਾਹੀਦਾ ਹੈ ਮੈਂ ਇੱਕ ਪ੍ਰੋਗਰਾਮ ਨੂੰ ਰਨ ਕਰਨ ਲਈ ਦੇਖੋ ਇਵੈਂਟ ਹੁੰਦਾ ਨਾ ਹੁਣ ਦੇਖੋ ਜਿਵੇਂ ਅਸੀਂ ਕਹਿੰਦੇ ਫਰੈਸ਼ਰਸ ਸੀਗਾ ਇੱਕ ਪ੍ਰੋਗਰਾਮ ਹੋਇਆ ਫਰੈਸ਼ਰਸ ਪਾਰਟੀ ਹੋਈ ਉਹਦੇ ਵਿੱਚ ਅਸੀਂ ਦੇਖੋ ਕੀ ਆਬਜੈਕਟ ਹੋ ਸਕਦੇ ਫਰੈਸ਼ਰਸ ਪਾਰਟੀ ਕਰਨ ਦੇ ਕਿਵੇਂ ਕੋਈ ਪਾਲਿਸੀਜ਼ ਕੀ ਹੋਣਗੀਆਂ ਉਹਦੀਆਂ ਪ੍ਰੋਸੀਜਰ ਕੀ ਹੋਏਗਾ ਰੂਲ ਕੀ ਹੋਏਗਾ ਇੱਕ ਪ੍ਰੋਜੈਕਟ ਲਈ ਬਜਟ ਕੀ ਹੁੰਦਾ ਹੈ ਜਦੋਂ ਮੈਂ ਨੰਬਰਸ ਦੇ ਵਿੱਚ ਦੇਖਦੇ ਆ ਆਪਾਂ ਕਹਿੰਦੇ ਨਾ ਮੈਂ ਸ਼ਾਪਿੰਗ ਕਰਨ ਜਾਂਦੀ ਯਾਰ ਮੇਰਾ 1000 ਦਾ ਬਜਟ ਹੈ ਤਾਂ ਬਜਟ ਕੀ ਹੁੰਦਾ ਜਦੋਂ ਅਸੀਂ ਨਿਊਮੈਰਿਕ ਟਰਮਸ ਦੇ ਵਿੱਚ ਡਿਸਾਈਡ ਕਰਨੇ ਹਾਂ ਵੀ ਸਾਡਾ ਕਿੰਨਾ ਖਰਚ ਹੋਇਆ ਕੁਝ ਵੀ ਕਰ ਸਕਦੇ ਹਾਂ ਅਸੀਂ ਇਹਦੇ ਵਿੱਚ ਐਕਸਪੈਕਟਡ ਰਿਜ਼ਲਟਸ ਮੇ ਵੀ ਮੇਰਾ ਬਜਟ ਮੈਂ ਕੋਸਟ ਦਾ ਬਣਾਵਾਂ ਮੇ ਵੀ ਮੈਂ ਪ੍ਰੋਫਿਟਸ ਦਾ ਬਜਟ ਬਣਾ ਕੇ ਚੱਲਾਂ ਉਸ ਤੋਂ ਬਾਅਦ ਮੈਂ ਸੇਲ ਦਾ ਬਜਟ ਬਣਾ ਕੇ ਚੱਲਾਂ ਮੈਂ ਮਾਰਕੀਟਿੰਗ ਜੋ ਪ੍ਰਮੋਸ਼ਨ ਜਾਂ ਐਡਵਰਟਾਈਜ਼ਮੈਂਟ ਕਰ ਰਹੀ ਹਾਂ ਉਹਦਾ ਬਜਟ ਬਣਾ ਕੇ ਚੱਲ ਰਹੀ ਹਾਂ ਰੋ ਮਟੀਰੀਅਲ ਮੈਂ ਕਿੰਨੇ ਦਾ ਪਰਚੇਸ ਕਰਨਾ ਵੇਜਿਸ ਮੈਂ ਕਿੰਨੀਆਂ ਪੇ ਕਰਨੀਆਂ ਪਰ ਕਾਹਦੇ ਵਿੱਚ ਰੁਪੀਜ਼ ਦੇ ਵਿੱਚ ਜਾਂ ਨੰਬਰਸ ਦੇ ਵਿੱਚ ਵੀ ਮੈਂ 1000 ਪ੍ਰੋਡਕਸ਼ਨ ਕਰਨੀ ਹੈ 2000 ਪ੍ਰੋਡਕਸ਼ਨ ਕਰਨੇ ਕਿੰਨੇ EMPLOYEES ਰੱਖਣੇ ਆ ਨੰਬਰਸ ਦੇ ਵਿੱਚ ਜਦੋਂ ਹੁੰਦੇ ਉਹਨੂੰ ਅਸੀਂ ਕੀ ਕਹਿੰਦੇ ਹਾਂ ਬਜਟਸ ਇਹਦੇ ਵਿੱਚ ਇੱਕ ਪੁਆਇੰਟ ਛੱਡਿਆ ਸੀ ਪਾਲਿਸੀਜ਼ ਮਤਲਬ ਕੀ ਹੁੰਦਾ ਹੈ ਜਿਵੇਂ ਅਸੀਂ ਕਹਿੰਦੇ ਆ ਨਾ ਵੀ ਪ੍ਰੀ ਡਿਟਰਮਾਈਨਡ ਆਬਜੈਕਟਿਵਸ ਵੀ ਅਸੀਂ ਸੌਰੀ ਪਾਲਿਸੀਜ਼ ਦਾ ਮਤਲਬ ਕੀ ਹੁੰਦਾ ਜੋ ਜਰਨਲ ਗਾਈਡਲਾਈਨਸ ਨੇ ਅਸੀਂ ਕਹਿੰਦੇ ਸਾਡੇ ਕਾਲਜ ਦੀ ਪਾਲਿਸੀ ਇਹ ਹੈ ਮੰਨ ਕੇ ਚਲੋ ਟੀਚਰਸ ਹਾਇਰ ਕਰਨਾ ਹੈ ਕਾਲਜ ਵਾਲੇ ਕੀ ਕਰਨਗੇ ਸਾਡੀ ਪਾਲਿਸੀ ਇਹ ਹੈ ਕਿ ਅਸੀਂ 6 ਮੰਥਸ ਲਈ ਟੀਚਰ ਨੂੰ ਹਾਇਰ ਕਰ ਰਹੇ ਜੋ ਨੋਰਮਲ ਜਰਨਲ ਗਾਈਡਲਾਈਨਸ ਨੇ ਕਿ ਸਭ ਨੂੰ ਫੋਲੋ ਕਰਨੀਆਂ ਕਲੀਅਰ ਜੀ ਸਾਡੇ ਇਹੀ ਮੇਨ ਪੁਆਇੰਟਸ ਨੇ ਇਹ ਤੋਂ ਬਾਅਦ ਨੀਚੇ ਹੀ ਆਬਜੈਕਟਿਵ ਵਗੈਰਾ ਸਾਰਾ ਕੁਝ ਐਕਸਪਲੇਨ ਕੀਤਾ ਹੋਇਆ ਹੈ ਈਵਨ ਐਗਜ਼ਾਮਪਲਸ ਵੀ ਨੇ ਇਹਦੇ ਵਿੱਚ ਤੁਸੀਂ ਰੀਡ ਕਰ ਲਿਓ ओके ਹੁਣ 3 ਮਿੰਟ ਰਹਿ ਗਏ ਨੇ ਮੀਟਿੰਗ ਮੈਂ ਰੀਸਟਾਰਟ ਕਰੂੰ 3 ਮਿੰਟ 4 ਮਿੰਟ ਬ੍ਰੇਕ ਲੈ ਲਓ 2 ਮਿੰਟ ਮਤਲਬ ਉਹੀ ਲਿੰਕ ਫਿਰ ਤੋਂ ਆਪਾਂ ਜੁਆਇਨ ਕਰ ਲਾਂਗੇ ਫਿਰ ਅਸੀਂ ਆਰਗੇਨਾਈਜੇਸ਼ਨ ਚੈਪਟਰ ਕਰਾਂਗੇ ਬਸ ਪਲੈਨਿੰਗ ਦੇ ਵਿੱਚ ਇਹੀ ਮੇਨ ਹੈ ਸਿਲੇਬਸ ਦੇ ਵਿੱਚ ਮੈਨੂੰ ਲੱਗਦਾ ਇੱਕ ਅੱਧਾ ਟੌਪਿਕ ਰਹਿ ਗਿਆ ਉਹ ਆਪਾਂ ਡਿਸਕਸ ਕਰ ਲੈਂਦੇ ਆ ਅਕੋਰਡਿੰਗ ਟੂ ਨਿਊ ਸਿਲੇਬਸ
ਅਗਰ ਅਸੀਂ ਗੱਲ ਕਰੀਏ ਤਾਂ ਪਲੈਨਿੰਗ ਦੇ ਦੇਖੋ ਕਨਸੈਪਟ ਹੋ ਚੁੱਕੇ ਨੇ, ਸਿਗਨੀਫੀਕੈਂਸ ਮਤਲਬ ਇੰਪੋਰਟੈਂਸ ਹੋ ਚੁੱਕਿਆ, ਕਲਾਸੀਫਿਕੇਸ਼ਨ ਹੋ ਚੁੱਕਿਆ। ਇਹ ਵਾਲੇ ਪਲਾਨਸ ਨੇ ਨਾ, ਇਹਨਾਂ ਨੂੰ ਵੀ ਮੈਂ ਸੋਚ ਰਹੀ ਹਾਂ ਵੀ ਕੱਲ ਵਾਲੀ ਦੇ ਵਿੱਚ ਹੀ ਕੰਪਲੀਟ ਕਰ ਦੂ। ਵੈਸੇ ਅਗਰ ਦੱਸਣਾ ਮੈਂ 1 ਮਿੰਟ ਦੇ ਵਿੱਚ ਦੱਸ ਦਿੰਦੀ ਹਾਂ। ਸਟ੍ਰੈਟੇਜਿਕ ਪਲਾਨਸ ਕਿਹੜੇ ਹੁੰਦੇ ਨੇ, ਜਿਹਦੇ ਵਿੱਚ ਅਸੀਂ ਸਟ੍ਰੈਟੇਜੀਜ਼ ਬਣਾਉਂਦੇ ਹਾਂ। ਸਟ੍ਰੈਟੇਜੀਜ਼ ਮੈਂ ਕੀ ਦੱਸਿਆ ਸੀ ਹੁਣੇ, ਲੌਂਗ ਟਰਮ ਹੁੰਦੀਆਂ ਨੇ। ਅਗਰ ਲੌਂਗ ਟਰਮ ਹੁੰਦੀਆਂ ਨੇ ਤਾਂ ਕੌਣ ਬਣਾਉਣਗੇ, ਚਾਹੇ ਤਾਂ ਓਨਰਸ ਬਣਾਉਣਗੇ, ਚਾਹੇ ਜੋ ਟੌਪ ਲੈਵਲ ਮੈਨੇਜਮੈਂਟ ਉਹ ਬਣਾਉਣਗੇ, ਠੀਕ ਹੈ। ਟੈਕਟੀਕਲ ਪਲਾਨਸ ਕਿਹੜੇ ਹੁੰਦੇ ਨੇ, ਜੋ ਸਾਡੇ ਕੋਲ ਕਿ ਟੈਕਨੋਲੋਜੀਕਲ ਦੇ ਰਿਗਾਰਡਿੰਗ ਹੁੰਦੇ ਆ, ਜਾਂ ਅਸੀਂ ਕਹਿ ਸਕਦੇ ਜੋ ਸਾਡੇ ਮਿਡਲ ਪਰਸਨਸ ਬਣਾਉਂਦੇ ਨੇ, ਮਿਡਲ ਲੈਵਲ ਤੇ ਜੋ ਮੈਨੇਜਮੈਂਟ ਹੈ ਉਹ ਪਰਫਾਰਮ ਕਰੀ। ਆਪਰੇਸ਼ਨਲ ਮਤਲਬ ਜੋ ਡੇਲੀ ਦਾ ਕੰਮ ਹੈ, ਵੀ ਡੇਲੀ ਦੇ ਜਿਹੜੇ ਵਰਕਰਸ ਨੇ ਕਿਵੇਂ ਮਸ਼ੀਨਸ ਰਨ ਕਰਨੀਆਂ, ਰੋ ਮਟੀਰੀਅਲ ਆਰਡਰ ਕਰਨਾ ਨਹੀਂ ਕਰਨਾ, ਕਿੰਨਾ ਜ਼ਰੂਰਤ ਪਈ, ਕਿੰਨੀ ਵੇਸਟੇਜ ਹੋ ਰਹੀ ਹੈ, ਉਹਨੂੰ ਅਸੀਂ ਕਹਿੰਦੇ ਹੈਗੇ ਆਪਰੇਸ਼ਨਲ ਪਲਾਨਸ। ਜੋ ਪਲਾਨਸ ਦੇ ਟਾਈਪ ਨੇ ਉਹ 3 ਮਾਰਕਸ ਦੇ ਵਿੱਚ ਆ ਸਕਦੇ ਨੇ, ਪਰ ਜੋ ਸਾਡੀ ਪ੍ਰੋਸੈਸ ਹੈ ਇਹ ਫਾਈਨਲ ਦੇ ਵਿੱਚ ਵੀ ਲੌਂਗ ਟਰਮ ਦੇ ਵਿੱਚ ਆਏਗੀ। ਬੈਰੀਅਰਸ ਮੈਂ ਹੁਣ ਹੁਣੇ ਡਿਸਕਸ ਕਰ ਲੂੰਗੀ। ਅੱਗੇ ਬਾਕੀ ਦੇਖੋ ਪਲੈਨਿੰਗ ਦੇ ਹੀ ਨੇ, ਉਹ ਤੁਹਾਨੂੰ ਮੈਂ ਕਰੈਕਟਰਿਸਟਿਕਸ ਹੈ, ਐਡਵਾਂਟੇਜ ਡਿਸਐਡਵਾਂਟੇਜ, ਪ੍ਰੋਸੈਸ, ਪਲਾਨਸ ਜੋ ਮੈਂ ਕਰਵਾਏ ਨੇ, ਟਾਈਪਸ ਆਫ ਪਲਾਨਸ ਉਹ ਵੀ ਸਹੀ ਨੇ। ਪਰ ਅਗਰ ਸਿਲੇਬਸ ਦੇ ਵਿੱਚ ਸਾਨੂੰ ਸਟ੍ਰੈਟੇਜਿਕ ਪਲਾਨ ਜਿਵੇਂ ਇਹ ਦਿੱਤੇ ਨੇ ਨਾ, ਇਹ 3 ਮਾਰਕਸ ਮਤਲਬ ਹੁਣ ਤਾਂ ਪਤਾ ਨਹੀਂ ਮੈਮ ਨੇ ਪਾਇਆ ਕਿ ਨਹੀਂ, ਪਰ ਫਾਈਨਲ ਦੇ ਵਿੱਚ ਜਿਹੜਾ ਸਾਨੂੰ 4 ਮਾਰਕਸ ਦੇ ਵਿੱਚ ਕਾਫੀ ਇੰਪੋਰਟੈਂਟ ਬਣ ਜਾਏਗਾ ਅਗਰ ਸਾਨੂੰ ਸਪੈਸੀਫਿਕ ਪ੍ਰੋਵਾਈਡ ਕੀਤੇ ਹੋਏ ਨੇ ਪਲਾਨਸ ਦੇ ਟਾਈਪ। ਨੈਕਸਟ ਫਰਦਰ ਅਗਰ ਅਸੀਂ ਗੱਲ ਕਰੀਏ 2 ਮਿੰਟ ਬਾਅਦ ਜੋ ਵੀ ਸਾਡੀ ਸਟਾਰਟ ਹੋਏਗਾ ਅਗੇਨ, ਇਹਦੇ ਵਿੱਚੋਂ ਸਾਨੂੰ ਆਰਗੇਨਾਈਜ਼ਿੰਗ ਦਾ ਟੌਪਿਕ ਇੱਥੋਂ ਸਟਾਰਟ ਹੋ ਰਿਹਾ, ਇੱਥੋਂ ਲੈ ਕੇ ਇਹ ਸਾਰਾ ਆਰਗੇਨਾਈਜ਼ਿੰਗ ਦਾ ਹੀ ਪਾਰਟ ਹੈ। ਜੋ ਸਾਡੀ ਪੁਰਾਣੀ ਬੁੱਕ ਆ ਉਹਦੇ ਵਿੱਚ ਤਾਂ ਸਾਡੇ ਚੈਪਟਰ ਡਿਵਾਈਡ ਨੇ 5 ਐਂਡ 6 ਦੇ ਵਿੱਚ। ਹੁਣ ਮੈਨੂੰ ਇਹ ਨਹੀਂ ਪਤਾ ਕਿ ਟੀਚਰ ਨੇ ਸਿਰਫ 5 ਪਾਇਆ ਜਾਂ 6 ਇੰਕਲੂਡ ਕੀਤਾ, ਜਾਂ ਕਲਾਸ ਪੁਆਇੰਟ ਆਫ ਵਿਊ ਤੁਹਾਨੂੰ ਕਿੱਦਾਂ ਕਰਵਾਇਆ ਕਿੱਦਾਂ ਨਹੀਂ ਕਰਵਾਇਆ। सिर्फ ਪਰ 5 ही पाया क्योंकि मैम ने 5th चैप्टर ही करवाया, 6th करवाया नहीं। ਅਗੇ 5th ਕਰਵਾਇਆ 6th ਨਹੀਂ ਕਰਵਾਇਆ, ਫਿਰ ਮੈਂ ਹਨਾ ਉਹ ਹਾਂ। ਪੀਡੀਐਫ ਦੇ ਵਿੱਚ ਦੇਖ ਲੈਂਦੇ ਆਪਾਂ ਉਹਨਾਂ ਕੀ ਕਰ ਲੈਣੇ ਇੱਕ ਪੈਰਾਮਿਸਟਰੀ ਪੁਆਇੰਟ ਆਫ ਵਿਊ ਕਿ 5th ਦੇ ਵਿੱਚ ਕੀ ਕੁਝ ਕਵਰ ਹੋ ਰਿਹਾ। ਠੀਕ ਹੈ ਜੀ। ਓਕੇ ਜੀ, ਮੈਂ ਰੀਸ਼ਡਿਊਲ ਕਰ ਰਹੀ ਹਾਂ ਕਿਉਂਕਿ ਮੀਟਿੰਗ ਹੁਣ ਤਾਂ ਬੰਦ ਹੀ ਹੋਏਗੀ।